Good morning, ma'am. Good morning जी। जी मैम स्टार्ट कर लो जी, अनम्यूट कर लो। जी मैम, may I start? जी मैम। Good morning, all. First of all, I want to welcome my all participants, my senior officers, who give me such a great platform like NIMI. So, my today's topic is plackets and fasteners, week number 25. ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਮੈਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਐਜ਼ ਅ ਸਵਿੰਗ ਟੈਕਨੋਲੋਜੀ ਇੰਸਟ੍ਰਕਟਰ ਕੰਮ ਕਰਦੀ ਹਾਂ। ਮੇਰੀ ਸੰਸਥਾ ਵਿੱਚ ਚੱਲਣ ਵਾਲੀਆਂ ਟ੍ਰੇਡਸ ਹਨ ਟੀਚਰ ਟ੍ਰੇਨਿੰਗ ਕੋਰਸ, ਪੰਜਾਬੀ ਸਟੈਨੋਗ੍ਰਾਫੀ, ਸਵਿੰਗ ਟੈਕਨੋਲੋਜੀ, SOT ਐਮਬਰਾਇਡਰੀ, ਕੋਪਾ, ਪਲੰਬਰ, ਇਲੈਕਟ੍ਰੀਸ਼ੀਅਨ, ਡੀਜ਼ਲ ਮਕੈਨਿਕ, ਪੇਂਟਰ। ਇਹਨਾਂ ਸਾਰੀਆਂ ਹੀ ਟ੍ਰੇਡਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਸਿੱਖਿਆਰਥੀ ਜਾਂ ਉਹਨਾਂ ਦੇ ਫੈਮਿਲੀ ਮੈਂਬਰਸ ਜਾਂ ਫਰੈਂਡ ਸਰਕਲ ਵਿੱਚੋਂ ਅਗਰ ਕਿਸੇ ਨੇ ਵੀ ਐਡਮਿਸ਼ਨ ਲੈਣੀ ਹੋਵੇ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰ ਸਾਡੇ ਸ਼੍ਰੀ ਪ੍ਰਿੰਸੀਪਲ ਸਾਹਿਬ ਜੀ ਮਿਸਟਰ ਓਮ ਪ੍ਰਕਾਸ਼ ਜੀ ਦਾ ਨੰਬਰ ਡਿਸਪਲੇ ਹੋ ਰਿਹਾ, ਕਾਈਂਡਲੀ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਹੁਣ ਮੈਂ ਤੁਹਾਡੇ ਨਾਲ ਦੋ ਸ਼ਬਦ ਸਾਂਝੇ ਕਰਨ ਜਾ ਰਹੀ ਹਾਂ ਜੋ ਅੱਜ ਕੱਲ੍ਹ ਪੂਰੇ ਸੰਸਾਰ ਵਿੱਚ ਮਹਾਮਾਰੀ ਫੈਲੀ ਹੋਈ ਹੈ COVID-19, ਜਿਸ ਦੇ ਬਾਰੇ ਵਿੱਚ ਤੁਸੀਂ ਸਾਰੇ ਭਲੀ ਪ੍ਰਕਾਰ ਜਾਣੂ ਹੋ। ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫਤਿਹ ਦੇ ਤਹਿਤ ਸਾਡੇ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ, ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਾਰੇ ਜਣੇ ਇਸ ਬਿਮਾਰੀ ਨਾਲ ਇਕੱਠੇ ਹੋ ਕੇ ਲੜੀਏ, ਇਸ ਤੇ ਕਾਬੂ ਪਾਈਏ ਤੇ ਦੁਬਾਰਾ ਤੋਂ ਆਪਣੀ ਚੱਲ ਰਹੀ ਇਸ ਜਿਹੜੀ ਜ਼ਿੰਦਗੀ ਵਿੱਚ ਖੜੋਤ ਆਈ ਹੈ ਇਸ ਨੂੰ ਦੁਬਾਰਾ ਤੋਂ ਅਸੀਂ ਆਪਣੇ ਰਾਹ ਤੇ ਲੈ ਕੇ ਆਈਏ। ਇਹਦੇ ਬਾਰੇ ਤੁਸੀਂ ਭਲੀ ਪ੍ਰਕਾਰ ਜਾਣੂ ਹੋ ਕਿ ਇਹਦੇ ਸਿੰਪਟਮਸ ਕੀ ਹਨ। ਹਾਈ ਗ੍ਰੇਡ ਫੀਵਰ ਹੋ ਜਾਂਦਾ ਹੈ, ਕਫ ਦੀ ਸ਼ਿਕਾਇਤ ਹੁੰਦੀ ਹੈ, ਸਾਹ ਲੈਣ ਵਿੱਚ ਤਕਲੀਫ ਆਉਂਦੀ ਹੈ ਔਰ ਇੱਕ ਨਵਾਂ ਸਿੰਪਟਮ ਆਇਆ ਹੈ ਕਿ ਕਈਆਂ ਦੀ ਜਿਹੜੀ ਸਮੈਲਿੰਗ ਦੀ ਸੈਂਸ ਹੈ ਉਹ ਖਤਮ ਹੋ ਜਾਂਦੀ ਹੈ, ਉਹਨਾਂ ਨੂੰ ਸਮੈਲ ਆਣੀ ਕਿਸੇ ਵੀ ਤਰ੍ਹਾਂ ਦੀ, ਚਾਹੇ ਉਹ ਫ੍ਰੈਗਰੈਂਸ ਹੈ ਜਾਂ ਬੈਡ ਸਮੈਲ ਹੈ, ਉਹ ਆਣੀ ਬੰਦ ਹੋ ਜਾਂਦੀ ਹੈ। ਤਾਂ ਇਸ ਤੋਂ ਬਚਾਅ ਵਾਸਤੇ ਅਸੀਂ ਕੀ ਕਰ ਸਕਦੇ ਹਾਂ? ਇਸ ਤੋਂ ਬਚਾਅ ਵਾਸਤੇ ਸਾਨੂੰ ਅਕਸਰ ਆਪਣੇ ਹੱਥ ਧੋਂਦੇ ਰਹਿਣਾ ਚਾਹੀਦਾ, ਬਾਰ-ਬਾਰ ਹੱਥ ਧੋਂਦੇ ਰਹਿਣਾ ਚਾਹੀਦਾ ਕਿਸੇ ਅੱਛੇ ਸਾਬੁਨ ਜਾਂ ਹੈਂਡ ਵਾਸ਼ ਦੇ ਨਾਲ। ਆਪਣੇ ਮੂੰਹ, ਨੱਕ, ਅੱਖਾਂ ਨੂੰ, ਕੰਨਾਂ ਨੂੰ ਟੱਚ ਨਹੀਂ ਕਰਨਾ ਚਾਹੀਦਾ ਤਾਂ ਜੋ ਵਾਇਰਸ ਸਾਡੇ ਅੰਦਰ ਨਾ ਚਲਾ ਜਾਵੇ। ਸਾਨੂੰ ਘੱਟੋ ਘੱਟ 2 ਗਜ਼ ਦੀ ਦੂਰੀ ਦਾ ਡਿਸਟੈਂਸ ਆਪਸ ਵਿੱਚ ਰੱਖਣਾ ਚਾਹੀਦਾ ਹੈ ਬਾਹਰ ਜਾਂਦੇ ਹੋਏ। ਭੀੜ ਭੜੱਕੇ ਵਾਲੀਆਂ ਥਾਵਾਂ ਤੇ ਸਾਨੂੰ ਨਹੀਂ ਜਾਣਾ ਚਾਹੀਦਾ ਤਾਂ ਜੋ ਸਾਡੇ ਤੇ ਵਾਇਰਸ ਅਟੈਕ ਨਾ ਕਰ ਜਾਵੇ। ਬਿਨਾਂ ਕੰਮ ਤੋਂ ਘਰ ਤੋਂ ਨਹੀਂ ਨਿਕਲਣਾ ਚਾਹੀਦਾ, ਸਫ਼ਰ ਨੂੰ ਅਵੋਇਡ ਕਰਨਾ ਚਾਹੀਦਾ। ਆਪਣੇ ਕਫ ਨੂੰ, ਆਪਣੀ ਖਾਂਸੀ ਨੂੰ ਛਿੱਕ ਮਾਰਦੇ ਹੋਏ ਸਾਨੂੰ ਆਪਣਾ ਫੇਸ ਕਵਰ ਕਰ ਲੈਣਾ ਚਾਹੀਦਾ। ਇਨਫੈਕਟਡ ਜਿਹੜੇ ਲੋਕ ਹੈ ਉਹਨਾਂ ਤੋਂ ਸਾਨੂੰ ਇੱਕ ਖਾਸ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਕਿਸੇ ਵੀ ਤਰ੍ਹਾਂ ਨਾਲ ਸਾਡਾ ਉਹਨਾਂ ਨਾਲ ਰਾਬਤਾ ਰੱਖਣਾ ਨਹੀਂ ਬਣਦਾ ਜਦੋਂ ਤੱਕ ਉਹ ਬਿਲਕੁਲ ਠੀਕ ਨਾ ਹੋ ਜਾਣ
और किसी भी अलग तरह के सरफेस जिवें दरवाजियां दे हैंडल है या कोई होर चीज़ां उन्हां नूं छूण तो बाद उन्हां नूं टच करन तो बाद अपने मूँह नूं हथ नहीं लगाना ते उस तो बाद हथ धो लेने चाहिए हैं। सो इन्हां गल्लां दा ध्यान रख के असीं मिशन फतेह विच अपना योगदान देण दे काबिल हो सकते हैं और जल्दी तो जल्दी असीं अपनी इस रुकी हुई जिंदगी नूं दोबारा तो ली ते लैके आ सकते हैं। उम्मीद है तुसीं सारे पंजाब सरकार दे इस फतेह मुहिम विच वध चढ़ के अपना हिस्सा पाओगे। तो आओ असीं अज गल करदे हां प्लैकेट बारे। अज का टॉपिक है प्लैकेट। साडे टीचर ट्रेनिंग दे सिखियार्थी फैशन टैक्नोलॉजी दे ड्रैस मेकिंग दे स्विंग टैक्नोलॉजी दे सारे सिखियार्थी इस नाम तो भली प्रकार जानू होणगे कि प्लैकेट की हुंदी है। Placket is an opening in the upper part of trouser or skirts or at the neck or sleeve of garment. Placket एक खुली पट्टी हुंदी है। यह पैंट ते भी हो सकती है, स्कर्ट ते भी हो सकती है, शर्ट ते, गले दी पट्टी ते किसी भी कपड़े दी बनी हुए बांह ते। भाव के जिथों सानू कपड़ा पहनन विच आसानी मिले, जेड़ा खुलापन हुंदा उस कपड़े दा, उसनों जेड़ी पट्टी हुंदी है, बटन पट्टी हुंदी है, उसनों प्लैकेट कहा जाता है। Plackets are almost always used to allow clothing to be put on or removed easily, but are sometimes used purely as a design element. Plackets ਦੀ help ਦੇ ਨਾਲ ਹਮੇਸ਼ਾ ਅਸੀਂ ਕਪੜਾ ਪਾਣ ਸਮੇਂ ਜਾਂ ਕਪੜਾ ਖੋਲਣ ਸਮੇਂ ਆਸਾਨੀ ਨਾਲ ਉਹਨੂੰ ਵਰਤੋਂ ਵਿੱਚ ਲਿਆ ਸਕਦੇ ਹਾਂ। ਪਰ ਕਈ ਵਾਰ ਇਹ ਜਿਹੜੀ ਪਲੈਕਟ ਹੈ ਡਿਜ਼ਾਈਨ ਦੇ ਤੌਰ ਤੇ ਵੀ, ਡਿਜ਼ਾਈਨ ਦੇ ਐਲੀਮੈਂਟ ਦੇ ਤੌਰ ਤੇ ਵੀ ਵਰਤੀ ਜਾਂਦੀ ਹੈ। Plackets are almost used to allow clothing to be put on or removed easily, but are sometimes used purely as a design element. जिस तरह हुणे मैं थानू पिछे दस के हटी हाँ, इस स्लाइड विच तुसी एक शर्ट ते प्लैकेट दी फोटो देख रहे हो, जिहड़ी इस शर्ट ते प्लैकेट बनी हुई है, जिहदे उत्ते पट्टी लगी हुई है, उत्ते बटन लगे हुए है, इसनू ही प्लैकेट कहा जाता है। Modern plackets often contain fabric casings or attached bands to surround and reinforce fasteners such as buttons, snaps or zippers. ये ਜਿਹੜੀ प्लैकेट है ये कई तरह की हो सकती है। ਇਹਦੇ ਚ कई तरह के फास्टनर्स यूज किए जा सकते हैं, जिवें कि बटन, स्नैप्स स्टिच बटन नूं कहा जाता है और जिपर्स। जिप नाल भी असीं कपड़ा पहनन ते खोलन समय आसानी नाल उहनूं वेयर कर सकते हैं, तां उसनूं भी प्लैकेट ही कहा जाता है। Plackets are often in women garments such as a skirt or blouse, either where it fastens or in a pocket. Plackets ਜਿਹੜੇ ਲੇਡੀਜ਼ ਗਾਰਮੈਂਟ ਹੈ, ਵੂਮਨ ਗਾਰਮੈਂਟ ਹੈ, ਉਹਨਾਂ ਵਿੱਚ ਜਿਵੇਂ ਸਕਰਟ ਦੀ ਸਾਡੀ ਹੁੱਕ ਪੱਟੀ ਹੁੰਦੀ ਹੈ ਜਾਂ ਸਕਰਟ ਦੇ ਸਾਈਡ ਤੇ ਜ਼ਿਪ ਲੱਗੀ ਹੁੰਦੀ ਹੈ ਜਾਂ ਬਲਾਊਜ਼ ਦੀ ਹੁੱਕ ਪੱਟੀ ਹੁੰਦੀ ਹੈ, ਉਹ ਜਿਹੜੇ ਫਾਸਟਨਰਸ ਹੁੰਦੇ ਆ ਜਾਂ ਫਿਰ ਪਾਕਟ ਤੇ ਜ਼ਿਪ ਲੱਗੀ ਹੋਵੇ, ਉਹ ਸਾਰੇ ਵੀ plackets ਹੀ ਹੁੰਦੇ ਹਨ। Plackets are particularly seen in women garments which have a good fit. Ladies ਦੀਆਂ dresses ਜਿਹੜੀਆਂ well fitting ਵਾਲੀਆਂ dresses ਹੁੰਦੀਆਂ, like celebrities well fitted garments ਜਿਹੜੇ ਉਹਨਾਂ ਨੇ gowns ਪਾਏ ਹੁੰਦੇ ਆ ਜਾਂ western dresses wear ਕੀਤੀਆਂ ਹੁੰਦੀਆਂ, ਉਹਨਾਂ ਦੀ proper fitting ਸਿਰਫ plackets ਦੀ help ਨਾਲ ਹੀ ਆਉਂਦੀ ਹੈ, ਕਿਉਂਕਿ ਉਹ ਜਿਹੜੀਆਂ dresses ਹੁੰਦੀਆਂ ਉਹਨਾਂ ਤੇ pleats ਤੇ darts ਪਏ ਹੁੰਦੇ ਆ, ਤਾਂ ਉਹ ਪਹਿਨਣ ਵਿੱਚ ਇਸ ਲਈ ਉਹਨਾਂ ਦੀ ਆਸਾਨੀ ਹੁੰਦੀ ਹੈ ਕਿ ਉਹਨਾਂ ਦੀ ਵੇਸਟ ਲਾਈਨ ਦੇ ਉੱਤੇ ਜ਼ਿਪ ਲੱਗੀ ਹੁੰਦੀ ਆ, ਉਹ ਜ਼ਿਪ ਖੋਲ ਕੇ ਕੋਈ ਵੀ ਇਨਸਾਨ ਉਸਨੂੰ ਈਜ਼ੀਲੀ ਉਹਨੂੰ ਪਹਿਨ ਸਕਦਾ ਹੈ। ਉਸ ਤੋਂ ਬਾਅਦ ਪਹਿਨਣ ਤੋਂ ਬਾਅਦ ਉਹਨੂੰ ਅਸੀਂ ਜਦੋਂ ਜ਼ਿਪ ਲਗਾਉਂਦੇ ਆ ਤਾਂ ਉਹ ਜਿਹੜੀ ਡਰੈਸ ਹੈ ਉਹ ਵੈਲ ਫਿਟਡ ਡਰੈਸ ਦੀ ਲੁੱਕ ਵਿੱਚ ਆ ਜਾਂਦੀ ਹੈ। They can also be found at the cuff of the sleeve in garment. ਇਹ ਜਿਹੜੇ ਪਲੈਕੇਟਸ ਹੈ ਇਹ ਸਾਡੀਆਂ ਬਾਹਾਂ ਦੇ ਜਿਹੜੇ ਕਫ ਹੁੰਦੇ ਆ ਉੱਥੇ ਵੀ ਬਣੇ ਹੁੰਦੇ ਆ, ਜਿਵੇਂ ਤੁਸੀਂ ਜੈਨ ਸ਼ਰਟ ਦੇਖੀ ਹੋਏਗੀ, ਉੱਥੇ ਬਟਨ ਲੱਗੇ ਹੁੰਦੇ ਆ ਕਫ ਤੇ, ਉੱਥੇ ਵੀ ਇੱਕ ਪੱਟੀ ਲੱਗੀ ਹੁੰਦੀ ਹੈ
ਉਹ ਵੀ plackets ਦੀ category ਵਿੱਚ ਹੀ ਆਉਂਦੀ ਹੈ। Plackets facilitate easy uses of clothing and are sometimes used as a component for enhancing the design. Plackets ਕੱਪੜੇ ਨੂੰ ਪਹਿਨਣ ਵਿੱਚ ਤਾਂ ਸਾਡੀ ਹੈਲਪ ਕਰਦੀ ਹੈ, ਆਸਾਨੀ ਨਾਲ ਅਸੀਂ ਉਹਨਾਂ ਨੂੰ ਪਹਿਨ ਸਕਦੇ ਹਾਂ, ਬਟ ਇੱਕ ਬਹੁਤ ਵੱਡੇ ਸਾਡੇ ਕੰਪੋਨੈਂਟ ਦੇ ਤੌਰ ਤੇ ਕੰਮ ਕਰਦੀ ਹੈ ਡਿਜ਼ਾਈਨ ਨੂੰ ਉਭਾਰਨ ਦੇ ਵਿੱਚ। Plackets are made by interfacing more layers, generally more than one, of a fabric to impart strength and support to the garment as it is subjected to stress when worn. Placket ਜਿਹੜੀ ਹੈ ਉਹ ਸਾਡੀ ਕਈ ਵਾਰ ਜਿਹੜੀ ਪੱਟੀ ਹੁੰਦੀ ਹੈ, ਪੱਟੀ ਦੇ ਉੱਤੇ ਕਾਫੀ ਜ਼ੋਰ ਪੈਂਦਾ, ਉਹਦੀ ਵਜ੍ਹਾ ਨਾਲ ਇਹ ਸਾਡੇ ਕੋਲ ਕਾਫੀ ਅਸੀਂ ਇਸ ਨੂੰ ਜ਼ੋਰ ਜਦੋਂ ਇਸ ਤੇ ਪੈਂਦਾ ਤਾਂ ਅਸੀਂ ਇਸ ਨੂੰ ਪਲੈਕਟ ਨੂੰ ਕਾਫੀ ਮਜ਼ਬੂਤ ਦਿੱਖ ਦੇ ਕੇ ਬਣਾਉਂਦੇ ਹਾਂ, ਜਿਸ ਦੀ ਵਜ੍ਹਾ ਨਾਲ ਸਾਡੀ ਪਲੈਕਟ ਦੇ ਵਿੱਚ ਮਜ਼ਬੂਤੀ ਰਹਿੰਦੀ ਹੈ। ਅਕਸਰ ਅਸੀਂ ਦੇਖਦੇ ਹਾਂ ਜਿਵੇਂ ਪਾਕਟਸ ਹੋ ਗਈਆਂ, ਤਾਂ ਪਾਕਟਸ ਵਿੱਚ ਜਿਵੇਂ ਜੈਂਟਸ ਆਪਣੇ ਪਾਕਟ ਵਿੱਚ ਪਰਸ ਪਾਉਂਦੇ ਆ ਤਾਂ ਉਸ ਜਗ੍ਹਾ ਤੇ ਕਾਫੀ ਸਟ੍ਰੇਨ ਪੈਂਦਾ, ਤਾਂ ਉਸ ਚੀਜ਼ ਨੂੰ ਅਸੀਂ ਕਿਸ ਤਰ੍ਹਾਂ ਰੋਕ ਸਕਦੇ ਹਾਂ? ਉਹਦੀ ਜਿਹੜੀ ਸਟਰੈਂਥ ਹੈ ਫੈਬਰਿਕ ਦੀ ਉਹਨੂੰ ਦੁੱਗਣੀ ਕਰਕੇ ਅਸੀਂ ਗਾਰਮੈਂਟ ਨੂੰ ਸਪੋਰਟ ਦੇ ਕੇ ਪਲੈਕਟਸ ਦੀ ਹੈਲਪ ਨਾਲ ਹੀ ਆਪਣੇ ਗਾਰਮੈਂਟ ਨੂੰ ਮਜ਼ਬੂਤ ਬਣਾ ਸਕਦੇ ਹਾਂ। ਜਿਵੇਂ ਨੈਕ ਪੱਟੀ ਹੈ, ਤੁਸੀਂ ਇਸ ਫੋਟੋ ਵਿੱਚ ਦੇਖ ਸਕਦੇ ਹੋ। ਇਸ ਨੈਕ ਪੱਟੀ ਨੂੰ ਅਸੀਂ ਮਜ਼ਬੂਤ ਕਿਵੇਂ ਬਣਾਵਾਂਗੇ? ਇਸ ਨੈਕ ਪੱਟੀ ਤੇ ਅਸੀਂ ਕੱਪੜਾ ਲਗਾ ਕੇ, ਡਬਲ ਕੱਪੜੇ ਦੀ ਪੱਟੀ ਲਗਾ ਕੇ ਅਸੀਂ ਇਸ ਨੂੰ ਮਜ਼ਬੂਤ ਬਣਾ ਕੇ ਆਪਣੇ ਗਾਰਮੈਂਟ ਨੂੰ ਮਜ਼ਬੂਤੀ ਦੇ ਸਕਦੇ ਹਾਂ। To protect the wearer from fasteners coming in contact with their skin and to hide underlying clothing, the two sides of the plackets are overlapped. ਪਹਿਨਣ ਵਾਲੇ ਨੂੰ ਆਸਾਨੀ ਦੇਣ ਵਾਸਤੇ, ਉਸਦੀ ਬਾਡੀ ਨੂੰ ਕਵਰ ਕਰਨ ਵਾਸਤੇ ਤੇ ਉਸਦੇ ਜਿਹੜਾ ਨੀਚੇ ਵਾਲਾ ਕੱਪੜਾ ਹੈ ਉਸਨੂੰ ਛੁਪਾਉਣ ਵਾਸਤੇ ਅਸੀਂ ਕੱਪੜੇ ਦੀਆਂ ਦੋ ਤਹਿਵਾਂ ਨੂੰ ਜੋੜ ਕੇ ਅਸੀਂ ਪਲੈਕਟਸ ਨੂੰ ਓਵਰਲੈਪ ਕਰਕੇ ਇਸ ਨੂੰ ਸੋਹਣੀ ਦਿੱਖ ਦਿੰਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਕਿ ਪਲੈਕਟਸ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ। ਸਭ ਤੋਂ ਸਾਡੇ ਕੋਲ ਫਸਟ ਨੰਬਰ ਤੇ ਆ ਜਾਂਦੀ ਹੈ ਕੰਟੀਨਿਊਸ ਔਰ ਵਨ ਪੀਸ ਪਲੈਕਟ। ਕੰਟੀਨਿਊਸ ਪਲੈਕਟ ਮੋਸਟਲੀ ਸਾਡੇ ਜਿਹੜੀਆਂ ਸ਼ਰਟ ਦੀਆਂ ਸਲੀਵਸ ਹੁੰਦੀਆਂ ਉਹਨਾਂ ਤੇ ਯੂਜ਼ ਕੀਤੀ ਜਾਂਦੀ ਹੈ। A continuous sleeve or bound placket is a common finish that facilitates dressing ease in blouses and shirts. The opening is similar to the legs of a dart, which looks like a long thin triangle, and the dimensions of the placket are normally mentioned on the sleeve pattern. Figure shows the view of continuous lap sleeve plackets. In the photos which ਸਾਡੇ sleeves ਦੇ ਅਲੱਗ-ਅਲੱਗ ਟਾਈਪ ਦੇ ਕਫ ਦਿੱਤੇ ਗਏ ਹਨ, ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਬਾਂਹ ਤੇ ਪਲੈਕਟ ਬਣਾਉਂਦੇ ਹਾਂ ਉਹਦੇ ਤੇ ਜਿਹੜੀ ਪੱਟੀ ਹੈ ਨਾ ਉਹ ਇੱਕੋ ਹੀ ਪੱਟੀ ਘੁੰਮ ਕੇ ਦੂਜੇ ਪਾਸੇ ਨੂੰ ਲੱਗ ਜਾਂਦੀ ਹੈ, ਜਿਸ ਨੂੰ ਕਿ ਅਸੀਂ ਕੰਟੀਨਿਊਸ ਔਰ ਵਨ ਪੀਸ ਪਲੈਕਟ ਕਹਿ ਦਿੰਦੇ ਹਾਂ। ਉਹ ਫਿਰ ਕਫ ਚਾਹੇ ਸਾਡਾ ਬੈਨ ਕਫ ਹੋਵੇ, ਚਾਹੇ ਲੈਫਟ ਕਫ ਹੋਵੇ, ਸ਼ਰਟ ਕਫ ਜਾਂ ਫ੍ਰੈਂਚ ਕਫ ਹੋਵੇ, ਇਹ ਸਾਰੇ ਕੰਟੀਨਿਊਸ ਔਰ ਵਨ ਪੀਸ ਜਿਹੜਾ ਪਲੈਕਟ ਆ ਉਹਦੇ ਵਿੱਚ ਉਸ ਕੈਟਾਗਰੀ ਵਿੱਚ ਆਉਂਦੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਟੂ ਪੀਸ ਪਲੈਕਟ ਬਾਰੇ। ਟੂ ਪੀਸ ਪਲੈਕਟ ਮੋਸਟਲੀ ਸਾਡੇ ਜਿਹੜੀ ਸਕਰਟਸ ਹੈ ਉਹਦੀਆਂ ਲੈਫਟ ਸਾਈਡ ਤੇ ਜਾਂ ਨੈਕ ਤੇ ਯੂਜ਼ ਕੀਤੀ ਜਾਂਦੀ ਹੈ। This kind of placket is mostly used as an opening in the left side of skirts or in petticoats and sometimes in the back side of dresses. ਇਹ ਜਿਹੜੀਆਂ ਲੇਡੀਜ਼ ਦੀਆਂ ਸਾਡੀ ਸਕਰਟ ਹੁੰਦੀ ਹੈ, ਸਕਰਟ ਪਹਿਨਣ ਵਿੱਚ ਆਸਾਨ ਹੋਣ ਦੇ ਲਈ ਅਸੀਂ ਸਕਰਟ ਦੇ ਸਾਈਡ ਤੇ ਹੁੱਕ ਪਲੈਕਟ ਜਾਂ ਜ਼ਿਪ ਪਲੈਕਟ ਰੱਖਦੇ ਹਾਂ। ਇਹ ਮੋਸਟਲੀ ਸਕਰਟਸ ਦੀ ਲੈਫਟ ਸਾਈਡ ਤੇ ਹੁੰਦੀ ਹੈ ਔਰ ਜਿਹੜੀਆਂ ਮਿਨੀ ਸਕਰਟਸ ਹੁੰਦੀਆਂ, ਟਾਈਟ ਫਿਟਸ ਹੁੰਦੀਆਂ, ਉਹਨਾਂ ਦੇ ਕਈਆਂ ਦੇ ਬੈਕ ਸਾਈਡ ਤੇ ਵੀ ਇਹ ਪਲੈਕਟ ਹੁੰਦੀ ਹੈ। ਪੇਟੀਕੋਟਸ ਨੂੰ ਪਹਿਨਣ ਲਈ ਵੀ ਅਸੀਂ ਟੂ ਪੀਸ ਪਲੈਕਟ ਦਾ ਇਸਤੇਮਾਲ ਕਰਦੇ ਹਾਂ। A binding and the overlap with the facing is given as a finishing in the underlap side of this placket. For the overlap of fabric of width 1.5 inch is used. ਅਸੀਂ ਕੱਪੜੇ ਨੂੰ ਜਦੋਂ ਪਲੈਕਟ ਲਗਾਣੀ ਹੈ
ਜਦੋਂ ਅਸੀਂ ਉਸਨੂੰ ਓਵਰਲੈਪ ਕਰਨਾ ਹੈ, ਇੱਕ ਸਾਈਡ ਤੇ ਅਸੀਂ 1.5 ਇੰਚ ਦੀ ਜਿਹੜੀ ਕੱਪੜੇ ਦੀ ਪੱਟੀ ਉਹ ਯੂਜ਼ ਕਰਾਂਗੇ, ਦੂਜੀ ਸਾਈਡ ਤੇ ਜਿਹੜੀ ਚੌੜਾਈ ਹੈ ਉਹ ਸਾਡੀ 2.5 ਇੰਚ ਦੀ ਯੂਜ਼ ਹੋਏਗੀ। ਉਸ ਤੋਂ ਬਾਅਦ ਵਿੱਚ ਨੀਚੇ ਵਾਲੀ ਪੱਟੀ ਨੂੰ ਅਸੀਂ ਥੋੜਾ ਬਾਹਰ ਵਾਲੀ ਸਾਈਡ ਨੂੰ ਵਧਾ ਕੇ ਔਰ ਉੱਪਰ ਵਾਲੀ ਪੱਟੀ ਨੂੰ ਅਸੀਂ ਅੰਦਰ ਨੂੰ ਫੋਲਡ ਕਰਕੇ, ਜਿਵੇਂ ਕਿ ਪਿਕਚਰ ਵਿੱਚ ਦਿਖਾਇਆ ਗਿਆ, ਅਸੀਂ ਆਪਣੀ ਪਲੈਕਟ ਨੂੰ ਫਿਨਿਸ਼ ਕਰਾਂਗੇ। ਔਰ ਉੱਪਰ ਵਾਲੀ ਜਿਹੜੀ ਸਾਡੀ ਪੱਟੀ ਹੈ ਉਸਨੂੰ 1 ਇੰਚ ਲੰਬਾ ਰੱਖ ਕੇ ਨੀਚੇ ਤੋਂ ਫਿਰ ਵੀ ਸ਼ੇਪ ਲੁੱਕ ਦੇ ਵਿੱਚ ਅਸੀਂ ਉਸਨੂੰ ਫੋਲਡ ਕਰਕੇ ਅਸੀਂ ਆਪਣੀ ਪਲੈਕਟ ਨੂੰ ਸਹੀ ਰੂਪ ਦੇ ਸਕਦੇ ਹਾਂ। ਹੁਣ ਇੱਕ ਕੈਟਾਗਰੀ ਆਉਂਦੀ ਹੈ ਸਾਡੇ ਕੋਲ ਜ਼ਿਪਰ ਪਲੈਕਟ। ਪਲੈਕਟਸ ਵਿੱਚ ਅਗਰ ਜ਼ਿਪ ਲੱਗੀ ਹੋਵੇ, ਲਾਈਕ ਜਿਵੇਂ ਜੈਂਟਸ ਪੈਂਟ ਹੋ ਗਈ ਜਾਂ ਅੱਜ ਕੱਲ੍ਹ ਲੇਡੀ ਸੂਟਸ ਤੇ ਡਰੈਸਿਸ ਤੇ ਵੀ ਜ਼ਿਪ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀ ਕੈਟਾਗਰੀ ਨੂੰ ਜ਼ਿਪਰ ਪਲੈਕਟ ਕਿਹਾ ਜਾਂਦਾ ਹੈ। Zippers are available in different sizes and are usually assembled to the garment panel using tape. ਇਹ ਜਿਹੜੇ ਜ਼ਿਪਰਸ ਹੈ ਇਹ ਅਲੱਗ-ਅਲੱਗ ਲੈਂਥ ਵਿੱਚ ਜ਼ਿਪਸ ਆਉਂਦੀਆਂ, ਜਿਵੇਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਮਾਰਕੀਟ ਵਿੱਚ ਜ਼ਿਪ ਇੱਕ ਛੋਟੇ ਸਾਈਜ਼ ਦੀ ਵੀ ਹੁੰਦੀ ਹੈ ਜਿਹੜੀ ਪੈਂਟਸ ਵਿੱਚ ਯੂਜ਼ ਕੀਤੀ ਜਾਂਦੀ ਹੈ ਜਾਂ ਸਕਰਟਸ ਦੇ ਸਾਈਡ ਤੇ ਯੂਜ਼ ਕੀਤੀ ਜਾਂਦੀ ਹੈ। ਇੱਕ ਫੁੱਲ ਲੈਂਥ ਜ਼ਿਪ ਹੁੰਦੀ ਹੈ ਜਿਸ ਨੂੰ ਕਿ ਅਸੀਂ ਐਜ਼ ਅ ਪਲੈਕਟ ਯੂਜ਼ ਕਰਦੇ ਹਾਂ। Selection of the zipper depends on the size and the color of the placket required. ਇਹ ਅਲੱਗ-ਅਲੱਗ ਰੰਗਾਂ ਵਿੱਚ ਵੀ ਮਿਲ ਜਾਂਦੀ ਹੈ। ਜਿਹੜੀ ਜ਼ਿਪ ਦੀ ਸਿਲੈਕਸ਼ਨ ਹੈ ਉਹ ਅਸੀਂ ਜਿਹੜਾ ਸਾਡਾ ਪਲੈਕਟ ਹੈ ਉਹਦਾ ਕਲਰ ਕਿਸ ਤਰ੍ਹਾਂ ਦਾ ਹੈ ਜਾਂ ਉਹਦਾ ਸਾਈਜ਼ ਕਿਸ ਤਰ੍ਹਾਂ ਦਾ ਉਹਦੇ ਤੇ ਡਿਪੈਂਡ ਕਰਦਾ ਹੈ। Zipper plackets used in skirts, frocks, shirts, handbags, decorative purses and other garments. ਜਿਹੜੇ zipper plackets ਹੈ ਇਹ ਸਕਰਟਸ ਵਿੱਚ, ਫਰॉक्स ਵਿੱਚ, ਸ਼ਰਟਸ, ਲੇਡੀਜ਼ ਹੈਂਡਬੈਗਸ, ਡੈਕੋਰੇਟਿਵ ਪਰਸਿਸ ਤੇ ਹੋਰ ਕਈ ਤਰ੍ਹਾਂ ਦੇ ਕੱਪੜਿਆਂ ਵਿੱਚ ਯੂਜ਼ ਕੀਤੇ ਜਾਂਦੇ ਹਨ। ਅੱਗੇ ਸਾਡੇ ਕੋਲ ਫੇਸਡ ਪਲੈਕਟ। A simple faced placket is illustrated. It is typically a simple neck finish used on infants and children clothes and night dresses. ਇਹ ਜਿਹੜੀ ਫੇਸਡ ਪਲੈਕਟ ਹੈ, ਜਿਵੇਂ ਕਿ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਹੈ, ਜਿਹੜੀ ਸਾਹਮਣੇ ਤੋਂ ਦਿਖਣ ਵਾਲੀ ਪੱਟੀ ਹੁੰਦੀ ਹੈ, ਬਿਲਕੁਲ ਸਮੂਥ ਇਹਦੀ ਲੁੱਕ ਹੁੰਦੀ ਹੈ, ਇਸ ਨੂੰ ਅਸੀਂ ਫੇਸਡ ਪਲੈਕਟ ਕਹਿੰਦੇ ਹਾਂ। ਇਹ ਆਮ ਤੌਰ ਤੇ ਗਲਿਆਂ ਨੂੰ ਬਣਾਉਣ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਬੱਚਿਆਂ ਦੇ ਕੱਪੜੇ ਤੇ ਜਿਹੜੇ ਨਾਈਟ ਵੇਅਰ ਡਰੈਸਿਸ ਹੁੰਦੀਆਂ ਉਹਨਾਂ ਤੇ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। To make this lashing of opening down from the neck at the center front or center back should be done and fitted facing is applied to the opening. ਇਹ ਸਾਡੇ ਡਰੈਸ ਤੇ ਜਿਹੜਾ ਸੈਂਟਰ ਫਰੰਟ ਹੈ ਜਾਂ ਫਿਰ ਅਗਰ ਬੈਕ ਤੋਂ ਅਸੀਂ ਪਲੈਕਟ ਰੱਖਣੀ, ਜਿਵੇਂ ਗਰਲਸ ਦੇ ਟੌਪ ਹੁੰਦੇ ਉਹਨਾਂ ਦੇ ਜਾਂ ਬੇਬੀ ਗਾਰਮੈਂਟਸ ਤੇ ਆਪਾਂ ਬੈਕ ਤੇ ਵੀ ਛੋਟੀ ਜਿਹੀ ਪਲੈਕਟ ਰੱਖ ਲੈਂਦੇ ਹਾਂ ਕੀ ਹੋਲ ਟਾਈਪ, ਤਾਂ ਇਹ ਉਸ ਜਗ੍ਹਾ ਤੇ ਇਸਤੇਮਾਲ ਕੀਤੀ ਜਾਂਦੀ ਹੈ। Place facing piece right side facing the garment. Do a row of stitch catching the garment more. ਜਦੋਂ ਅਸੀਂ ਪੱਟੀ ਸਾਹਮਣੇ ਰੱਖ ਲਿੱਤੀ, ਆਪਣੇ ਜਿਹੜੀ ਫੇਸਿੰਗ ਹੈ ਕੱਪੜੇ ਦੀ ਉਹਨੂੰ ਅਸੀਂ ਪਲੇਸ ਕੀਤਾ, ਤਾਂ ਉਹਦੇ ਨਾਲ ਆਪਾਂ ਨਾਲ ਬਿਲਕੁਲ ਸਿਲਾਈ ਮਾਰ ਕੇ, ਜਿਵੇਂ ਕਿ ਫੋਟੋ ਵਿੱਚ ਤੁਹਾਨੂੰ ਦਿਖ ਰਿਹਾ, ਉਹ ਸਿਲਾਈ ਦੇ ਨਾਲ ਅਸੀਂ ਆਪਣੀ ਜਿਹੜੀ ਪਲੈਕਟ ਹੈ ਅਸੀਂ ਫਿਕਸ ਕਰ ਸਕਦੇ ਹਾਂ। Turn the facing to the wrong side and top stitch. Finish the facing by turning the edge and hemming. ਜਦੋਂ ਉੱਪਰ ਵਾਲੇ ਪਾਸੇ ਤੋਂ ਅਸੀਂ ਕੱਪੜੇ ਨੂੰ ਰੱਖ ਕੇ ਇੱਕ ਵਾਰ ਸਟਿਚਿੰਗ ਕਰ ਲਈ, ਉਸ ਤੋਂ ਬਾਅਦ ਜਿਹੜਾ ਆਪਣਾ ਕੱਪੜਾ ਹੈ ਉਹ ਉਲਟੀ ਸਾਈਡ ਨੂੰ ਫੋਲਡ ਕਰਕੇ ਅੰਦਰ ਵਾਲੀ ਸਾਈਡ ਨੂੰ ਫੋਲਡ ਕਰਕੇ ਅਸੀਂ ਉਹਦੇ ਤੇ ਹੈਮਿੰਗ ਦੇ ਨਾਲ ਉਸਨੂੰ ਫਿਨਿਸ਼ ਕਰਕੇ ਪੱਟੀ ਨੂੰ ਆਪਣੀ ਨੂੰ ਸਹੀ ਰੂਪ ਦੇ ਸਕਦੇ ਹਾਂ। ਅੱਗੇ ਸਾਡੇ ਕੋਲ ਪਾਰਸ਼ਲ ਪਲੈਕਟਸ। ਪਾਰਸ਼ਲ ਜਿਵੇਂ ਕਿ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਹੈ, ਪਾਰਸ਼ਲ ਕੀ ਹੁੰਦਾ, ਦੋ ਭਾਗਾਂ ਵਿੱਚ ਵੰਡੀ ਹੋਈ। ਇਹਦੇ ਵਿੱਚ ਇਹ ਪਾਰਟ ਤਾਂ ਹੁੰਦੇ ਆ ਬਟ ਇਹ ਨੀਚੇ ਤੋਂ ਜੁਆਇੰਟ ਹੁੰਦੀ ਹੈ ਇਹ ਵਾਲੀ ਪਲੈਕਟ। These are plackets used on cloths without a full front opening. ਇਸ ਵਿੱਚ ਜਿਹੜਾ ਫਰੰਟ ਹੈ ਉਹ ਫੁੱਲ ਓਪਨ ਨਹੀਂ ਹੁੰਦਾ, ਪਲੈਕਟ ਛੋਟੀ ਹੁੰਦੀ ਹੈ। There is no center seam. One piece of placket will cover the other projected piece of placket.
Two pieces of cloth stripes are used to sew this placket. इस placket ਵਿੱਚ ਅਸੀਂ ਦੋ ਸਾਈਡ ਤੋਂ ਅਲੱਗ-ਅਲੱਗ ਸਾਈਡ ਤੋਂ ਪੱਟੀ ਲਗਾ ਕੇ placket ਨੂੰ ਰੈਡੀ ਕਰਦੇ ਹਾਂ। ਪਰ ਉਸ ਤੋਂ ਬਾਅਦ ਜਿਹੜਾ ਨੀਚੇ ਵਾਲਾ ਪੋਰਸ਼ਨ ਹੁੰਦਾ ਉਸ ਨੂੰ ਆਪਾਂ ਜੁਆਇਨ ਕਰ ਦਿੰਦੇ ਹਾਂ ਜਾਂ ਪਹਿਲਾਂ ਤੋਂ ਹੀ ਅਸੀਂ ਉਸ ਨੂੰ ਜੁੜਿਆ ਹੋਇਆ ਰਹਿਣ ਦਿੰਦੇ ਹਾਂ ਤੇ ਇਸ ਹਿਸਾਬ ਨਾਲ ਅਸੀਂ ਇਸ ਪਾਰਸ਼ਲ placket ਨੂੰ ਰੈਡੀ ਕਰ ਸਕਦੇ ਹਾਂ। ਇੱਕ ਨੈਕਸਟ ਕੈਟਾਗਰੀ ਹੈ ਸਾਡੇ ਕੋਲ plackets ਦੀ, ਬਲਾਊਜ਼ plackets। ਬਲਾਊਜ਼ਸ ਜਿਹੜੇ ਕਿ ਲੇਡੀਜ਼ ਗਾਰਮੈਂਟਸ ਮੇਨ ਗਾਰਮੈਂਟ ਹੈ ਉਹਨਾਂ ਵਿੱਚ ਜਿਹੜੀ ਸਾਡੀ ਫਰੰਟ ਤੇ ਹੁੱਕ ਪੱਟੀ ਹੁੰਦੀ ਹੈ ਉਸ ਨੂੰ ਵੀ placket ਕਿਹਾ ਜਾਂਦਾ ਹੈ। ਇਹ ਇੱਕ ਤਰ੍ਹਾਂ ਦਾ ਅਲੱਗ ਤਰੀਕਾ ਹੈ plackets ਬਣਾਉਣ ਦਾ। These are plackets which has one side extended placket. This is hidden beneath the garment edge which serves as the other side placket. ਇਸ blouse plackets ਕੀ ਹੁੰਦਾ ਹੈ, ਇੱਕ ਪੱਟੀ ਨੇ ਜਿਹੜੀ extend ਕੀਤੀ ਹੁੰਦੀ ਹੈ ਦੂਜੀ ਪੱਟੀ ਨੂੰ ਨੀਚੇ ਵਾਲੀ ਨੂੰ ਕਵਰ ਕੀਤਾ ਹੁੰਦਾ, ਉਹਦੇ ਨੀਚੇ ਜਿਹੜੀ ਸਾਡੀ ਹੁੱਕਸ ਦੀ ਜਿਹੜੀਆਂ ਆਈਜ਼ ਹੁੰਦੀਆਂ ਉਹ ਬਣੀਆਂ ਹੁੰਦੀਆਂ ਤੇ ਉੱਪਰ ਵਾਲੀ ਜਿਹੜੀ ਪੱਟੀ ਹੁੰਦੀ ਹੈ ਐਕਸਟੈਂਡਡ ਪੱਟੀ ਉਹਦੇ ਤੇ ਅਸੀਂ ਹੁੱਕਸ ਲਗਾ ਕੇ ਅਸੀਂ ਬਲਾਊਜ਼ ਦੀ placket ਨੂੰ ਤਿਆਰ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ concealed placket। concealed placket ਹੈ ਜਿਹੜੀ ਮੋਸਟਲੀ ਸਾਡੇ ਜੈਂਟਸ ਗਾਰਮੈਂਟ ਹੈ ਉਹਨਾਂ ਵਿੱਚ ਦਿਖੀ ਜਾਂਦੀ ਹੈ। ਲਾਈਕ ਜਿਵੇਂ ਫੋਟੋ 'ਚ ਤੁਸੀਂ ਦੇਖ ਰਹੇ ਹੋ ਬਾਕਸਰ ਨਿੱਕਰ ਪਈ ਹੋਈ ਹੈ। ਇਹਨਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ concealed placket ਦੀ ਵਰਤੋਂ ਕੀਤੀ ਜਾਂਦੀ ਹੈ। With this placket, you will not realize that there is a placket with buttons in the seam from the front of the garment. ਇਸ ਤਰ੍ਹਾਂ ਦੀ placket ਦੇ ਵਿੱਚ ਤੁਹਾਨੂੰ ਸਾਹਮਣੇ ਤੋਂ ਦੇਖਣ ਤੋਂ ਬਿਲਕੁਲ ਵੀ ਅੰਦਾਜ਼ਾ ਨਹੀਂ ਹੋ ਸਕਦਾ ਕਿ ਇੱਥੇ placket ਬਣੀ ਹੋਈ ਹੈ ਕਿਉਂਕਿ ਇਹ ਜਿਹੜੀ placket ਹੈ ਇਹ ਉੱਪਰ ਤੋਂ ਕਵਰ ਕੀਤੀ ਹੁੰਦੀ ਹੈ ਔਰ ਇਹਦੇ ਨੀਚੇ ਬਟਨ ਪੱਟੀ ਹੁੰਦੀ ਹੈ। ਉਹ ਜਿਹੜੇ ਬਟਨਸ ਆ ਉਹਨਾਂ ਦੀ ਹੈਲਪ ਨਾਲ ਪਹਿਨਣ ਵਾਲੇ ਨੂੰ ਆਸਾਨੀ ਨਾਲ ਪਹਿਨਿਆ ਜਾਂਦਾ ਹੈ। ਇਸ ਨੂੰ ਹੀ concealed placket ਕਿਹਾ ਜਾਂਦਾ ਹੈ। ਇੱਕ ਹੋਰ ਕੈਟਾਗਰੀ ਹੈ placket ਦੀ, ਉਹ ਹੈ false placket। false placket ਹੈ ਮਤਲਬ ਇਹ ਹੁੰਦਾ ਹੈ ਕਿ ਅਸੀਂ ਪਹਿਨਣ ਵਾਲੇ ਨੂੰ ਆਸਾਨੀ ਵੀ ਦੇ ਦਿੱਤੀ ਪਹਿਨਣ ਲਈ ਔਰ placket ਦੀ ਲੁੱਕ ਵੀ ਦੇ ਦਿੱਤੀ ਬਟ ਉਹ placket ਸਿਰਫ ਡੈਕੋਰੇਟਿਵ placket ਹੋਏਗੀ, ਉਹ ਅਸਲ ਮਾਇਨੇ ਦੇ ਵਿੱਚ ਪੂਰੀ placket ਨਹੀਂ ਹੋਏਗੀ। ਜਿਵੇਂ ਕਿ ਤੁਸੀਂ ਇਸ ਪਿਕ ਦੇ ਵਿੱਚ ਦੇਖ ਰਹੇ ਹੋ ਕਿ ਅਲੱਗ-ਅਲੱਗ ਕੈਟਾਗਰੀਜ਼ ਅਲੱਗ-ਅਲੱਗ ਡਿਜ਼ਾਈਨ ਤੇ ਸੂਟਸ ਬਣੇ ਹੋਏ ਆ। ਇਹਨਾਂ ਵਿੱਚ ਸਾਰਿਆਂ ਵਿੱਚ ਵੀ ਨੈਕ ਬਣਿਆ ਹੋਇਆ, ਵੀ ਨੈਕ ਦੇ ਨੀਚੇ ਬਟਨ ਪੱਟੀ ਹੈ ਜਿਹੜੀ ਕਿ ਨੀਚੋਂ ਪੂਰੀ ਓਪਨ ਨਹੀਂ ਹੈ ਬਟ ਉੱਪਰੋਂ ਇੱਕ ਲੁੱਕ ਦੇ ਦਿੱਤੀ ਗਈ ਹੈ placket ਦੀ। ਵੀ ਸ਼ੇਪ ਦੇ ਨਾਲ ਪਹਿਨਣ ਵਾਲੇ ਨੂੰ ਆਸਾਨੀ ਹੋਗੀ ਔਰ ਦੇਖਣ ਵਾਲੇ ਨੂੰ ਇਹ ਲੱਗ ਰਿਹਾ ਹੈ ਕਿ ਇਹ placket full placket ਹੈ। So this category falls under the false placket. ਹੁਣ ਅਸੀਂ ਕੁਝ ਰੂਲਸ ਬਾਰੇ ਗੱਲ ਕਰਦੇ ਹਾਂ ਜਿਹੜੇ ਕਿ ਥੰਬ ਰੂਲਸ ਹੁੰਦੇ ਆ placket ਬਣਾਉਣ ਦੇ ਵਿੱਚ, ਜਿਨ੍ਹਾਂ ਦੇ ਬਿਨਾਂ ਕਿ ਅਗਰ ਅਸੀਂ ਇਹਨਾਂ ਨੂੰ ਫੋਲੋ ਨਹੀਂ ਕਰਾਂਗੇ ਤਾਂ ਸਾਡੀ placket ਗਲਤ ਹੋ ਸਕਦੀ ਹੈ। Do not forget an important rule in placket positioning. In girls' clothing, the right side of the placket overlaps the left, and in boys' clothing, left side of the placket overlaps the right side. ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਜਿਹੜੇ ਗਰਲਸ ਦੇ ਕੱਪੜੇ ਹੁੰਦੇ ਆ, ਲੇਡੀਜ਼ ਦੇ ਕੱਪੜੇ ਹੁੰਦੇ ਆ, ਉਹਨਾਂ ਦੇ ਵਿੱਚ ਜਿਹੜੀ placket ਹੈ ਉਹ ਰਾਈਟ ਸਾਈਡ ਉੱਪਰ ਹੁੰਦੀ ਹੈ ਔਰ ਜਿਹੜੇ ਜੈਂਟਸ ਗਾਰਮੈਂਟ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੁੰਦਾ, ਉਹਨਾਂ ਦੇ ਵਿੱਚ ਲੈਫਟ ਸਾਈਡ ਓਵਰਲੈਪ ਕਰਦੀ ਹੈ ਰਾਈਟ ਸਾਈਡ ਨੂੰ। ਸੋ ਸਾਨੂੰ placket ਬਣਾਉਂਦੇ ਹੋਏ ਇਸ ਚੀਜ਼ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਕਿ ਕਿਹੜੇ ਸਾਈਜ਼ ਵਾਲੀ placket ਸਾਡੇ ਉੱਪਰ ਆਏਗੀ। ਨੰਬਰ 2 ਤੇ ਹੈ ਸਾਡੇ ਕੋਲ an important aspect in sewing plackets is not to forget interfacing the area of plackets. ਸਾਨੂੰ placket ਬਣਾਉਂਦੇ ਹੋਏ ਇੰਟਰਫੇਸਿੰਗ ਯੂਜ਼ ਕਰਨੀ ਚਾਹੀਦੀ ਹੈ, ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਇੰਟਰਫੇਸਿੰਗ ਉਹ ਹੁੰਦੀ ਹੈ ਜੋ ਅਸੀਂ ਆਪਣੀ placket ਨੂੰ ਬਣਾਉਂਦੇ ਹੋਏ ਜਿਹੜੇ ਕੱਪੜੇ ਦਾ ਵਿੱਚ ਇਸਤੇਮਾਲ ਕਰਦੇ ਹਾਂ ਉਸ ਚੀਜ਼ ਨੂੰ ਇੰਟਰਫੇਸਿੰਗ ਕਿਹਾ ਜਾਂਦਾ, ਜਿਹੜੀ ਪੱਟੀ ਯੂਜ਼ ਕੀਤੀ ਜਾਂਦੀ ਹੈ। Plackets bear a lot of strain when it is being fastened and unfastened. ਜਿਹੜੀਆਂ plackets ਹੈ ਇਹਨਾਂ ਨੂੰ ਬਹੁਤ ਸਾਰਾ ਜ਼ੋਰ
ਝੱਲਣਾ ਪੈਂਦਾ ਹੈ, ਜਿਹਨੂੰ ਸਟ੍ਰੇਨ ਕਹਿੰਦੇ ਆ, ਜਦੋਂ ਅਸੀਂ ਇਸ ਨੂੰ ਖੋਲਦੇ ਆ ਜਾਂ ਜਦੋਂ ਅਸੀਂ ਇਸ ਨੂੰ ਬੰਦ ਕਰਦੇ ਹਾਂ, ਕਿਉਂਕਿ ਜਿਹੜਾ ਸਾਰਾ ਖਿਚਾਵ ਹੈ ਉਹ ਸਾਡੀ ਬਟਨ ਪੱਟੀ ਤੇ ਹੀ ਰਹਿੰਦਾ ਹੈ। ਇਸ ਕਰਕੇ ਇਹਨੂੰ ਬਹੁਤ ਮਜ਼ਬੂਤੀ ਨਾਲ ਬਣਾਇਆ ਜਾਣਾ ਚਾਹੀਦਾ ਹੈ। Buttons and zippers can really test the fabric fibers there, so interfacing will shear the strain and protect the fabric. ਜਦੋਂ ਤੱਕ ਅਸੀਂ ਆਪਣੀ ਬਟਨ ਪੱਟੀ ਨੂੰ ਪਲੈਕੇਟ ਨੂੰ ਮਜ਼ਬੂਤ ਨਹੀਂ ਬਣਾਵਾਂਗੇ ਤਾਂ ਉਦੋਂ ਤੱਕ ਰੱਖ ਸਕਦੀ ਹੈ, ਕਿਉਂਕਿ ਜਦੋਂ ਅਨਨੈਸੈਸਰੀ ਖਿਚਾਵ ਪਏਗਾ ਪਲੈਕੇਟ ਨੂੰ ਖੋਲਦੇ ਹੋਏ ਬੰਦ ਕਰਦੇ ਹੋਏ ਤਾਂ ਜਿਹੜੀ ਸਾਡੀ ਬਟਨ ਪੱਟੀ ਹੈ ਉਹ ਉਧੜ ਵੀ ਸਕਦੀ ਹੈ ਔਰ ਉਹ ਫਟ ਵੀ ਸਕਦੀ ਹੈ ਜ਼ਿਆਦਾ ਖਿਚਾਵ ਪੈਣ ਦੇ ਨਾਲ। And the last one is, another important thing is to cut the fabric for making plackets on the grain line. ਸਾਨੂੰ ਪੱਟੀ ਬਣਾਉਂਦੇ ਹੋਏ ਹਮੇਸ਼ਾ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਪਾਕਟ ਨੂੰ ਅਸੀਂ ਪਲੈਕੇਟ ਨੂੰ ਅਸੀਂ ਗ੍ਰੇਨ ਲਾਈਨ ਦੇ ਉੱਤੇ ਕੱਟੀਏ। ਗ੍ਰੇਨ ਲਾਈਨ ਕੀ ਹੁੰਦਾ? ਕੱਪੜੇ ਦਾ ਜਿਹੜਾ ਸਿੱਧਾ ਰੁੱਖ ਹੁੰਦਾ ਹੈ ਕੰਨੀ ਦੇ ਨਾਲ ਨਾਲ, ਉਸਨੂੰ ਅਸੀਂ ਗ੍ਰੇਨ ਲਾਈਨ ਕਹਿੰਦੇ ਹਾਂ। ਭਾਵ ਕਿ ਕੱਪੜਾ ਕੰਨੀ ਦੇ ਪੈਰਲਲ ਜੇ ਅਸੀਂ ਕੱਟੀਏ ਉਸਨੂੰ ਗ੍ਰੇਨ ਲਾਈਨ ਕਿਹਾ ਜਾਂਦਾ। No bias cut fabrics or cut on the crosswise grain. ਸਾਨੂੰ ਜਿਹੜੀ ਪਲੈਕੇਟ ਹੈ ਇਹ ਸਾਨੂੰ ਕਦੀ ਵੀ ਔਰੇ ਬਾਇਸ ਫੈਬਰਿਕ ਤੇ ਨਹੀਂ ਕੱਟਣੀ ਚਾਹੀਦੀ। ਹੁਣ ਅਸੀਂ ਗੱਲ ਕਰਦੇ ਹਾਂ ਟਾਈਪਸ ਆਫ ਸ਼ਰਟਸ ਪਲੈਕੇਟਸ, ਕਿ ਜੈਂਟ ਸ਼ਰਟ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਪਲੈਕੇਟਸ ਹੁੰਦੀਆਂ ਜਿਨ੍ਹਾਂ ਦਾ ਅਸੀਂ ਆਪਣੀ ਡੇਲੀ ਲਾਈਫ ਵਿੱਚ ਇਸਤੇਮਾਲ ਕਰਦੇ ਹਾਂ। ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਹੈ ਟਾਈਪਸ ਆਫ ਸ਼ਰਟ ਫਰੰਟ ਪਲੈਕੇਟਸ। ਇਹ ਜਿਹੜੀ ਸਾਡੇ ਕੋਲ ਟਾਈਪ ਹੈਗੀ ਹੈ ਪਲੈਕੇਟ ਦੀ, ਪਲੈਕੇਟ ਸਾਰੀਆਂ ਜੈਂਟ ਸ਼ਰਟ ਵਿੱਚ ਫਰੰਟ ਤੇ ਹੀ ਹੁੰਦੀਆਂ, ਬਟ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ। ਇਸ ਕੈਟਾਗਰੀ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਟਾਈਪ ਹੈ ਕਲਾਸਿਕ ਫਰੰਟ ਪਲੈਕੇਟ। ਇਸਨੂੰ ਕਲਾਸਿਕ ਪਲੈਕੇਟ ਕਿਹਾ ਜਾਂਦਾ। ਇਟ ਇਜ਼ ਦਾ ਮੋਸਟ ਕਾਮਨ ਸਟਾਈਲ ਆਫ ਸ਼ਰਟ ਪਲੈਕੇਟ ਫਾਊਂਡ ਔਨ ਡਰੈਸ ਸ਼ਰਟਸ। ਜਿਹੜੀਆਂ ਫਾਰਮਲ ਸ਼ਰਟਸ ਹੁੰਦੀਆਂ ਇਹ ਉਹਨਾਂ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਕਾਮਨ ਸਟਾਈਲ ਹੈ, ਜਿਸਨੂੰ ਅਸੀਂ ਆਫਿਸ ਵੇਅਰ ਵੀ ਕਹਿ ਦਿੰਦੇ ਹਾਂ। A classic placket front is an inch or two of fabric either folded over or attached as a separate piece. You will rarely go wrong with this on a business shirt. ਇਹ ਜਿਹੜੀ ਪਲੈਕੇਟ ਹੁੰਦੀ ਹੈ ਇਹਦੇ ਵਿੱਚ 1 ਇੰਚ ਜਾਂ ਇਸ ਤੋਂ ਵੱਧ ਜਿਹੜਾ ਕੱਪੜਾ ਹੁੰਦਾ ਹੈ ਜਾਂ ਤਾਂ ਉੱਪਰ ਵਾਲੀ ਸਾਈਡ ਨੂੰ ਫੋਲਡ ਕੀਤਾ ਹੁੰਦਾ ਜਾਂ ਫਿਰ ਇਹਦੇ ਵਿੱਚ ਪਹਿਲਾਂ ਹੀ ਐਕਸਟੈਂਡ ਕਰਕੇ ਕਟਿੰਗ ਵੇਲੇ ਹੀ ਇਸਨੂੰ ਰੱਖ ਲਿਆ ਜਾਂਦਾ। ਇਸਨੂੰ classic front placket ਕਹਿੰਦੇ ਹਾਂ। A soft front placket is very similar in style to the classic fused front placket, but with the soft unfused construction. It is ideal for casual shirts and pairs well with the soft collar. ਇਹ ਜਿਹੜੀ ਬਟਨ ਪੱਟੀ ਹੁੰਦੀ ਹੈ ਇਹ ਸੌਫਟ ਹੁੰਦੀ ਹੈ ਬਹੁਤ। ਇਹ ਜਿਹੜੀ ਸਾਡੀਆਂ ਕੈਜੂਅਲ ਸ਼ਰਟਸ ਹੈ ਜਾਂ ਸੌਫਟ ਕਾਲਰ ਸ਼ਰਟਸ ਹੈ ਉਹਨਾਂ ਤੇ ਬਹੁਤ ਵਧੀਆ ਲੱਗਦੀ ਹੈ। ਸੈਕਿੰਡ ਕਾइंड है ਸਾਡੇ ਕੋਲ ਫ੍ਰੈਂਚ ਔਰ ਸੀਮਲੈਸ ਫਰੰਟ ਸ਼ਰਟ ਪਲੈਕੇਟ। ਜਿਹੜੀ ਸਾਡੇ ਕੋਲ ਦੂਜੀ ਤਰ੍ਹਾਂ ਦੀ ਹੈ ਪਲੈਕੇਟ ਉਸਨੂੰ ਫ੍ਰੈਂਚ ਪਲੈਕੇਟ ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਦੇਖਣ ਵਾਲੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਪੱਟੀ ਕਿੱਥੇ ਲੱਗੀ ਹੋਈ ਹੈ। ਸਾਹਮਣੇ ਵਾਲੇ ਤੋਂ ਦੇਖਣ ਵਾਲੇ ਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਪੱਟੀ ਨਹੀਂ ਹੈ, ਸਿਰਫ ਉੱਤੇ ਬਟਨ ਹੀ ਲੱਗੇ ਹੋਏ ਹਨ। It provides a cleaner and plainer look. ਇਹਦੇ ਨਾਲ ਬਿਲਕੁਲ ਸਾਨੂੰ ਇੱਕ ਸਾਫ ਸੁਥਰੀ ਤੇ ਪਲੇਨ ਲੁੱਕ ਲੱਗਦੀ ਹੈ। Many think of it as a very European look as compared to the classic shirt placket. ਇਹ ਬਿਲਕੁਲ ਸਾਡੀ ਯੂਰਪੀਅਨ ਲੁੱਕ ਦੀ ਤਰ੍ਹਾਂ ਸ਼ਰਟ ਲੱਗਦੀ ਹੈ ਜੇ ਅਸੀਂ ਇਸਨੂੰ ਕੰਪੇਅਰ ਕਰੀਏ ਕਲਾਸਿਕ ਸ਼ਰਟ ਪਲੈਕੇਟ ਦੇ ਨਾਲ, ਜਿਸ ਤਰ੍ਹਾਂ ਉਹਦੇ ਉੱਤੇ ਸਾਡੇ ਫਰੰਟ ਪੱਟੀ ਨਜ਼ਰ ਆ ਰਹੀ ਸੀ। ਇਸ ਤਰ੍ਹਾਂ ਦੀ ਸ਼ਰਟ ਦੇ ਉੱਤੇ ਬਿਲਕੁਲ ਪਲੇਨ ਸਰਫੇਸ ਲੱਗਦਾ, ਦੇਖਣ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਪੱਟੀ ਨਜ਼ਰ ਨਹੀਂ ਆਏਗੀ। It is versatile enough to be used on both business and casual shirts. ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਰਟਸ ਹੈ ਅਸੀਂ ਇਹਨਾਂ ਨੂੰ ਬਿਜ਼ਨਸ ਵਿੱਚ ਵੀ ਯੂਜ਼ ਕਰ ਸਕਦੇ ਹਾਂ, ਆਫੀਸ਼ੀਅਲ ਤੌਰ ਤੇ ਵੀ ਤੇ ਐਜ਼ ਅ ਕੈਜੂਅਲੀ ਵੀ ਯੂਜ਼ ਕਰ ਸਕਦੇ ਹਾਂ। ਨੰਬਰ 3 ਤੇ ਹੈ ਕਵਰਡ ਔਰ ਕਨਸੀਲਡ ਫਰੰਟ ਸ਼ਰਟ ਪਲੈਕੇਟ। ਇਸ ਤਰ੍ਹਾਂ ਦੀ ਜਿਹੜੀ ਪਲੈਕੇਟ ਹੈ ਇਸ ਵਿੱਚ ਤੁਹਾਨੂੰ ਬਟਨ ਵੀ ਨਹੀਂ ਨਜ਼ਰ ਆਉਂਦੇ। ਇਸਨੂੰ ਅਸੀਂ ਕੀ ਕਹਿੰਦੇ ਆ? ਕਵਰਡ ਸ਼ਰਟ ਪਲੈਕੇਟ।
It has a flap of material on the front to conceal the buttons underneath. It is also known as the fly front shirt placket. ਇਸ ਤਰ੍ਹਾਂ ਦੀ ਸ਼ਰਟ ਦੇ ਵਿੱਚ ਜਿਹੜਾ ਫਰੰਟ ਹੁੰਦਾ ਹੈ, ਬਟਨ ਪੱਟੀ ਹੁੰਦੀ ਹੈ, ਉਸਨੂੰ ਇੱਕ ਤਰ੍ਹਾਂ ਦੇ ਫਲੈਪ ਦੇ ਨਾਲ ਕਵਰ ਕੀਤਾ ਹੁੰਦਾ। ਜਿਹੜੀ ਬਟਨ ਪੱਟੀ ਹੁੰਦੀ ਉਹ ਸਾਡੀ ਨੀਚੇ ਰਹਿ ਜਾਂਦੀ ਹੈ ਤੇ ਉੱਤੇ ਸ਼ਰਟ ਦਾ ਜਿਹੜਾ ਸਰਫੇਸ ਹੈ ਉਹ ਬਿਲਕੁਲ ਪਲੇਨ ਨਜ਼ਰ ਆਉਂਦਾ। ਇਸ ਨੂੰ ਅਸੀਂ ਫਲਾਈ ਫਰੰਟ ਸ਼ਰਟ ਪਲੈਕਟ ਵੀ ਕਹਿ ਸਕਦੇ ਹਾਂ। ਜਿਵੇਂ ਕਿ ਜੈਂਟਸ ਗਾਰਮੈਂਟ ਦੇ ਵਿੱਚ ਪੈਂਟ ਜਾਂ ਨਿੱਕਰ ਦੇ ਵਿੱਚ ਫਲਾਈ ਲੱਗੀ ਹੁੰਦੀ, ਉਹਦੇ ਵਿੱਚ ਇਹ ਨਹੀਂ ਪਤਾ ਲੱਗਦਾ ਕਿ ਜ਼ਿਪ ਲੱਗੀ ਹੋਈ ਹੈ। ਸੇਮ ਉਸੇ ਵੇ ਨਾਲ ਅਸੀਂ ਇਸ ਸ਼ਰਟ ਦੀ ਪੱਟੀ ਨੂੰ ਵੀ, ਪਲੈਕਟ ਨੂੰ ਵੀ ਰੈਡੀ ਕਰਦੇ ਹਾਂ, ਤਾਂ ਹੀ ਇਸਨੂੰ ਫਲਾਈ ਫਰੰਟ ਸ਼ਰਟ ਪਲੈਕਟ ਕਿਹਾ ਜਾਂਦਾ ਹੈ। It can be worn to formal events that required a tuxedo, as a covered front tends to draw attention away from the dress shirt to the bow tie. ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਰਟਸ ਹੈ ਇਹ ਫਾਰਮਲ ਇਵੈਂਟਸ ਤੇ ਕਿਸੇ ਫੰਕਸ਼ਨ ਪਾਰਟੀ ਵਿੱਚ ਪਹਿਨੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀ ਸ਼ਰਟ ਦੇ ਉੱਤੇ ਜੈਂਟਸ ਆਪਣੀ ਸ਼ਰਟ ਦੇ ਉੱਤੇ ਜਿਹੜੀ ਬੋ ਹੁੰਦੀ ਹੈ, ਬੋ ਟਾਈ ਦਾ ਇਸਤੇਮਾਲ ਕਰ ਸਕਦੇ ਹੈ। ਤਾਂ ਇਹ ਇਸ ਤਰ੍ਹਾਂ ਦੀ ਸ਼ਰਟ ਪਹਿਨੀ ਹੋਈ ਬਹੁਤ ਵਧੀਆ ਲੱਗਦੀ ਹੈ। ਜਿਹੜੀ ਸਾਰੀ ਅਟਰੈਕਸ਼ਨ ਹੈ ਸ਼ਰਟ ਦੀ ਉਹ ਬੋ ਵੱਲ ਚਲੇ ਜਾਂਦੀ ਹੈ। ਇਸ ਤਰ੍ਹਾਂ ਦੀ ਸ਼ਰਟ ਦੇ ਨਾਲ ਲੌਂਗ ਟਾਈ ਦੀ ਜਗ੍ਹਾ ਬੋ ਪਾਈ ਜਾਂਦੀ ਹੈ। ਹੁਣ ਅਸੀਂ ਕੁਝ ਐਗਜ਼ਾਮਪਲਸ ਦੇ ਕੇ ਮੈਂ ਤੁਹਾਨੂੰ ਇਹ ਸਮਝਾਵਾਂਗੀ ਕਿ ਪਲੈਕਟਸ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਹਨ। ਸਭ ਤੋਂ ਪਹਿਲਾਂ ਅਸੀਂ ਐਗਜ਼ਾਮਪਲ ਲੈਂਦੇ ਹਾਂ ਬੇਬੀ ਗਾਰਮੈਂਟਸ ਦੀ। ਬੇਬੀ ਗਾਰਮੈਂਟਸ ਵਿੱਚ ਜਿਹੜੀਆਂ ਪਲੈਕਟਸ ਹੈ ਇਹ ਉਹਨਾਂ ਦੇ ਫਰੰਟ ਵਿੱਚ, ਤਾਂ ਜੋ ਬੱਚੇ ਬਹੁਤ ਡੈਲੀਕੇਟ ਹੁੰਦੇ ਆ, ਉਹਨਾਂ ਦੇ ਕੱਪੜੇ ਪਾਣੇ ਵੀ ਬਹੁਤ ਮੁਸ਼ਕਿਲ ਹੁੰਦੇ ਆ, ਤਾਂ ਉਹਨਾਂ ਦੇ ਕੱਪੜੇ ਪਹਿਨਣ ਵਿੱਚ ਆਸਾਨੀ ਰਵੇ ਉਸਨੂੰ ਫੈਸਿਲੀਟੇਟ ਕਰਨ ਦੇ ਲਈ ਉਹਨਾਂ ਦੇ ਤਕਰੀਬਨ ਹਰ ਇੱਕ ਗਾਰਮੈਂਟ ਦੇ ਵਿੱਚ ਫਰੰਟ ਤੇ ਪਲੈਕਟ ਬਣੀ ਹੁੰਦੀ ਹੈ, ਜਿਸ ਦੀ ਵਜ੍ਹਾ ਨਾਲ ਬੱਚਿਆਂ ਨੂੰ ਕੱਪੜੇ ਪਹਿਨਾਉਣ ਦੇ ਵਿੱਚ ਆਸਾਨੀ ਰਹਿੰਦੀ ਹੈ। ਨੰਬਰ 2 ਤੇ ਹੈ ਪਲੈਕਟਸ ਇਨ ਬੈਕ ਸਾਈਡ। ਕੁਝ ਕੱਪੜੇ ਜਿਵੇਂ ਚਾਹੇ ਉਹ ਬੇਬੀ ਗਾਰਮੈਂਟਸ ਹੋਵੇ ਜਾਂ ਲੇਡੀਜ਼ ਗਾਰਮੈਂਟਸ ਹੋਵੇ, ਕਈਆਂ ਦੇ ਪਲੈਕਟ ਬੈਕ ਸਾਈਡ ਤੇ ਹੁੰਦੀ ਆ। ਲਾਈਕ ਜਿਵੇਂ ਤੁਸੀਂ ਇਸ ਸਲਾਈਡ ਵਿੱਚ ਦੇਖ ਸਕਦੇ ਹੋ, ਫਰੋਕ ਤੇ ਟੌਪ ਵਿੱਚ ਉੱਪਰ ਦੋ ਪਿਕਸ ਦੇ ਵਿੱਚ ਬੈਕ ਤੇ ਪੱਟੀ ਬਣੀ ਹੋਈ ਹੈ, ਔਰ ਸੈਕਿੰਡ ਜਿਹੜੀ ਰੋ ਹੈ ਇਹਦੇ ਵਿੱਚ ਲੇਡੀਜ਼ ਟੌਪ ਦੇ ਵਿੱਚ ਵੀ ਬੈਕ ਤੇ ਪੱਟੀ ਬਣੀ ਹੋਈ ਹੈ। ਤਾਂ ਇਹਨਾਂ ਨੂੰ ਵੀ ਅਸੀਂ ਪਲੈਕਟਸ ਹੀ ਕਵਾਂਗੇ, ਪਲੈਕਟਸ ਇਨ ਬੈਕ ਸਾਈਡ। ਥਰਡ ਵਨ ਇਜ਼ ਪਲੈਕਟਸ ਇਨ ਟੌਪਸ। ਹੁਣ ਜਿਹੜੇ ਟੌਪ ਅਲੱਗ-ਅਲੱਗ ਤਰ੍ਹਾਂ ਦੇ ਹੈ, ਚਾਹੇ ਉਹ ਜੀਨਸ ਨਾਲ ਪਹਿਨੇ ਜਾਣ ਜਾਂ ਉਹ ਪਲਾਜ਼ੋ ਨਾਲ ਪਹਿਨੇ ਜਾਣ, ਉਹਨਾਂ ਵਿੱਚ ਵੀ ਪਲੈਕਟਸ ਇਸ ਤਰ੍ਹਾਂ ਦੀਆਂ ਹੋ ਸਕਦੀਆਂ ਜਿਵੇਂ ਕਿ ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ। ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਪਲੈਕਟਸ ਹਨ। ਇਸ ਫੋਟੋ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਪਲੈਕਟਸ ਇਨ ਡਿਫਰੈਂਟ ਵੇਜ਼। ਇਹਨਾਂ ਵਿੱਚ ਫਰਸਟ ਫੋਟੋ ਦੇ ਵਿੱਚ ਅਸੀਂ ਓਵਲ ਸ਼ੇਪ ਨੈਕ ਬਣਾ ਕੇ ਨੀਚੇ ਪਲੈਕਟ ਦਿੱਤੀ ਹੋਈ ਹੈ। ਸੈਕਿੰਡ ਦੇ ਵਿੱਚ ਕੀ ਹੋਲ ਨੈਕ ਹੈ, ਉੱਤੇ ਬੈਨ ਲੱਗਿਆ ਹੋਇਆ, ਇਹਦੇ ਵਿੱਚ ਵੀ ਪਲੈਕਟ ਦਾ ਇਸਤੇਮਾਲ ਕੀਤਾ ਗਿਆ। ਤੇ ਥਰਡ ਵਿੱਚ ਵੀ ਨੈਕ ਦੇ ਨਾਲ ਇੱਕ ਸਮਾਲ ਪਲੈਕਟ ਦਿੱਤੀ ਹੋਈ ਹੈ। ਇਸ ਤਰ੍ਹਾਂ ਦੇ ਨਾਲ ਅਸੀਂ ਅਲੱਗ-ਅਲੱਗ ਤਰੀਕੇ ਨਾਲ ਪਲੈਕਟਸ ਨੂੰ ਡਿਜ਼ਾਈਨ ਕਰ ਸਕਦੇ ਹਾਂ। ਪਲੈਕਟਸ ਦਾ ਇਸਤੇਮਾਲ ਸਿਰਫ ਨੈਕ ਵਿੱਚ ਨਹੀਂ, ਸਲੀਵਸ ਵਿੱਚ ਵੀ ਕੀਤਾ ਜਾਂਦਾ ਹੈ। ਇਹਨਾਂ ਸਲਾਈਡਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿਹੜੀਆਂ ਸਲੀਵਸ ਹੈ ਉਹਨਾਂ ਨੂੰ ਅਲੱਗ-ਅਲੱਗ ਤਰੀਕੇ ਦੀਆਂ ਪਲੈਕਟਸ ਬਣਾ ਕੇ ਡਿਜ਼ਾਈਨ ਕੀਤਾ ਗਿਆ ਹੈ। ਜਿਵੇਂ ਫਰਸਟ ਵਾਲੀ ਵਿੱਚ ਅਸੀਂ ਜਿਹੜੀ ਡੋਰੀ ਹੈ, ਡੋਰੀ ਦੇ ਨਾਲ ਆਪਾਂ ਨੇ ਪਲੈਕਟ ਨੂੰ ਤਿਆਰ ਕੀਤਾ ਹੈ। ਇਸ ਦੇ ਨਾਲ ਇਹ ਪਹਿਨਣ 'ਚ ਕੰਫਰਟੇਬਲ ਵੀ ਰਹੇਗੀ ਗਰਮੀਆਂ ਵਿੱਚ, ਔਰ ਇਸ ਦੇ ਨਾਲ ਡੈਕੋਰੇਟਿਵ ਲੁੱਕ ਵੀ ਆ ਰਹੀ ਹੈ। ਸੈਕਿੰਡ ਦੇ ਵਿੱਚ ਪਲੈਕਟ ਨੂੰ ਡਿਜ਼ਾਈਨ ਵੀ ਕੀਤਾ ਗਿਆ ਔਰ ਇਹਦੇ ਫਰੰਟ ਤੇ ਫ੍ਰਿਲ ਲਗਾ ਕੇ ਇਸਨੂੰ ਅੰਬ੍ਰੇਲਾ ਲੁੱਕ ਵੀ ਦਿੱਤੀ ਗਈ ਹੈ। ਥਰਡ ਦੇ ਵਿੱਚ ਲੇਸਿੰਗ ਦੇ ਨਾਲ ਬਟਨਿੰਗ ਵੀ ਕੀਤੀ ਗਈ ਹੈ, ਔਰ ਫੋਰਥ ਦੇ ਵਿੱਚ ਵੀ ਇੱਕ ਲੌਂਗ ਕੱਟ ਦੀ ਹੈਲਪ ਦੇ ਨਾਲ ਅਸੀਂ ਸਲੀਵ ਨੂੰ ਪਲੈਕਟ ਦਾ ਰੂਪ ਦਿੱਤਾ ਗਿਆ ਹੈ। ਹੁਣ ਅਸੀਂ ਪਲੈਕਟਸ ਦੀ ਗੱਲ ਕਰਦੇ ਹਾਂ ਲੇਡੀਜ਼ ਕੁਰਤੇ ਦੇ ਵਿੱਚ। ਜਿਹੜਾ ਅੰਗਰਖਾ ਸਟਾਈਲ ਹੈ ਕੁਰਤੇ ਦਾ, ਤੁਸੀਂ ਫੋਟੋਜ਼ ਵਿੱਚ ਦੇਖ ਸਕਦੇ ਹੋ, 4 ਅਲੱਗ-ਅਲੱਗ ਸਟਾਈਲ ਦੇ ਅੰਗਰਖਾ ਕੁਰਤੇ ਹੈ। ਇਹਨਾਂ ਵਿੱਚ ਵੀ ਜਿਹੜੀ ਪਹਿਨਣ ਦੇ ਵਿੱਚ ਆਸਾਨੀ ਹੁੰਦੀ ਹੈ। This is also a kind of plackets in Angrakha style in the group of ladies garments. ਹੁਣ ਅਸੀਂ ਗੱਲ ਕਰਦੇ ਹਾਂ, ਅਸੀਂ ਪਲੈਕਟਸ ਬਾਰੇ ਵਿੱਚ ਤਾਂ ਸਮਝ ਲਿਆ, ਪਰ ਇਹ ਪਲੈਕਟਸ ਨੂੰ ਜਿਨ੍ਹਾਂ ਦੀ ਵਜ੍ਹਾ ਨਾਲ ਯੂਜ਼ ਕੀਤਾ ਜਾਂਦਾ ਹੈ ਉਹ
ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਪਲੈਕੇਟਸ ਨੂੰ ਆਪਣੇ ਅਮਲ ਵਿੱਚ ਲਿਆ ਸਕਦੇ ਹਾਂ। ਉਹ ਚੀਜ਼ ਹੁੰਦੀ ਹੈ ਫਾਸਟਨਰਸ। ਹੁਣ ਅਸੀਂ ਗੱਲ ਕਰਦੇ ਹਾਂ ਫਾਸਟਨਰਸ ਬਾਰੇ ਕਿ ਫਾਸਟਨਰਸ ਕੀ ਹੁੰਦੇ ਆ। ਫਾਸਟਨਰਸ ਹੁੰਦੇ ਆ ਬਟਨ, ਸਨੈਪਸ, ਜ਼ਿਪਸ, ਜਿਨ੍ਹਾਂ ਦੇ ਨਾਲ ਅਸੀਂ ਕਿਸੇ ਵੀ ਕੱਪੜੇ ਦੇ ਦੋ ਪੀਸਾਂ ਨੂੰ ਅਸੀਂ ਜੋੜਦੇ ਹਾਂ, ਉਹਨਾਂ ਨੂੰ ਫਾਸਟਨਰਸ ਕਿਹਾ ਜਾਂਦਾ ਹੈ। ਫਾਸਟਨਰਸ ਆਰ ਯੂਜ਼ਡ ਟੂ ਹੋਲਡ two pieces of garment together. Some pieces lap one over the other while others meet. ਕੁਝ ਪੀਸ ਹੈ ਜਿਹੜੇ ਇੱਕ ਦੂਜੇ ਨੂੰ ਓਵਰਲੈਪ ਕਰਦੇ ਆ ਤੇ ਉਹਦੀ ਸਹਾਇਤਾ ਦੇ ਨਾਲ ਜਿਹੜੇ ਦੂਜੇ ਪੀਸ ਹੈ, ਨੀਚੇ ਵਾਲਾ ਪੀਸ ਹੈ, ਉਹ ਦੂਜੇ ਨਾਲ ਜੁੜ ਜਾਂਦਾ ਹੈ। Fasteners include snaps, snap stitch buttons ਨੂੰ ਕਿਹਾ ਜਾਂਦਾ, hooks and eyes, self-gripping devices like velcro tape, buttons and buttonholes and zippers. ਇਹ ਸਾਰੇ ਸਾਡੇ ਫਾਸਟਨਰਸ ਦੀ ਕੈਟਾਗਰੀ ਵਿੱਚ ਆਉਂਦੇ ਨੇ। ਹੁਣ ਅਸੀਂ ਗੱਲ ਕਰ ਰਹੇ ਹਾਂ ਕਾਈਂਡਸ ਆਫ ਫਾਸਟਨਰਸ ਬਾਰੇ। ਇਹਦੇ ਵਿੱਚ ਇਸ ਕੜੀ ਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਬਟਨਸ ਹੈ, ਹੁਕਸ ਐਂਡ ਆਈਜ਼ ਹੈ, ਹੁਕ ਐਂਡ ਲੂਪ ਹੈ, ਦੈਨ ਸਨੈਪਸ ਹੈ, ਐਂਡ ਦ ਲਾਸਟ ਵਨ ਇਜ਼ ਜ਼ਿਪਰਸ। ਬਟਨਸ ਬਾਰੇ ਅਸੀਂ ਥੋੜਾ ਜਿਹਾ ਜਾਣ ਲਈਏ ਕਿ ਬਟਨਸ ਦੀ ਹਿਸਟਰੀ ਕੀ ਹੈ। The earliest buttons were ornamental and made of bone, horn, bronze and wood. ਜਿਹੜੇ ਸਾਡੇ ਪੁਰਾਤਨ ਬਟਨ ਹੁੰਦੇ ਸੀ ਉਹ ਕਿਸ ਤਰ੍ਹਾਂ ਬਣੇ ਹੁੰਦੇ ਸੀ? ਉਹ ਬੋਨਸ ਤੋਂ, ਹੱਡੀਆਂ ਤੋਂ ਬਣੇ ਹੁੰਦੇ ਸੀ। ਜਿਹੜੇ ਸਿੰਗ ਹੁੰਦੇ ਸੀ ਜਾਨਵਰ, ਉਹਨਾਂ ਤੋਂ ਬਣਾਏ ਜਾਂਦੇ ਸੀ। ਬ੍ਰੌਂਜ਼ ਮੈਟਲ ਤੋਂ ਬਣਾਏ ਜਾਂਦੇ ਸੀ ਤੇ ਲੱਕੜ ਤੋਂ ਵੀ ਬਣਾਏ ਜਾਂਦੇ ਸੀ। The oldest ornamental button is made of shell. ਜਿਹੜਾ ਸਭ ਤੋਂ ਪੁਰਾਣਾ ਬਟਨ ਸੀ ਉਹ ਸਭ ਤੋਂ ਪਹਿਲਾਂ ਸਿੱਪੀ ਤੋਂ ਬਣਾਇਆ ਗਿਆ ਸੀਗਾ। Estimated to be 5000 years old, ਲਗਭਗ 5000 ਸਾਲ ਪਹਿਲਾਂ, and was discovered in Pakistan. ਤੇ ਇਹ ਪਾਕਿਸਤਾਨ ਦੇ ਵਿੱਚ ਡਿਸਕਵਰ ਕੀਤਾ ਗਿਆ ਸੀ। The ancient Romans used buttons to fasten cloths, but up until the medieval period, many were made of precious metal and costly fabric, so only the seriously affluent wore them. ਜਿਹੜੇ ਰੋਮਨਸ ਹੈ ਉਹਨਾਂ ਨੇ ਬਟਨ ਬਣਾਏ ਸੀ ਫਾਸਟਨਰਸ ਦੇ ਤੌਰ ਤੇ, ਬਟ ਉਹ ਮੱਧਕਾਲ ਜਿਹੜਾ ਪੂਰਵ ਸੀਗਾ, ਮਿਡੀਵਲ ਪੀਰੀਅਡ ਤੱਕ ਆਂਦੇ ਆਂਦੇ ਉਹਨਾਂ ਨੇ ਇਹ ਕਾਫੀ ਸਾਰੇ ਮੈਟਲਸ ਦੀ ਜਿਹੜੀਆਂ ਪ੍ਰੀਸ਼ੀਅਸ ਮੈਟਲ ਸੀ, ਕੀਮਤੀ ਧਾਤਾਂ ਸੀਗੀਆਂ, ਉਹਨਾਂ ਤੋਂ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਤੇ ਉਹਨਾਂ ਨੂੰ ਨਾਲ ਦੀ ਨਾਲ ਪਹਿਨਣਾ ਵੀ ਸ਼ੁਰੂ ਕਰ ਦਿੱਤਾ ਸੀ। The industrial revolution made buttons accessible for the less wealthy. The flat four-hole buttons were introduced while brass buttons became popular. ਜਿਹੜੇ brass ਦੇ ਬਟਨ ਸੀਗੇ, ਜਦੋਂ ਸਾਡੀ ਇੰਡਸਟਰੀਅਲ ਰੈਵੋਲੂਸ਼ਨ ਹੋਂਦ ਵਿੱਚ ਆਈ ਤਾਂ ਉਹਨਾਂ ਨੇ ਬਟਨਸ ਨੂੰ ਹੌਲੀ ਹੌਲੀ ਅਪਗ੍ਰੇਡ ਕਰਨਾ ਸ਼ੁਰੂ ਕਰ ਦਿੱਤਾ। ਬ੍ਰਾਸ ਦੇ ਜਿਹੜੇ ਬਟਨਸ ਆ ਹੋਰ ਵੀ ਪਪੂਲਰ ਹੋਣੇ ਸ਼ੁਰੂ ਹੋ ਗਏ ਤੇ ਇਹਦੇ ਨਾਲ ਜਿਹੜੇ ਅੱਜ ਕੱਲ ਸਾਡੇ 4 ਹੋਲਸ ਵਾਲੇ, 4 ਛੇਦਾਂ ਵਾਲੇ ਜਿਹੜੇ ਬਟਨ ਚੱਲ ਰਹੇ ਆ ਉਹ ਵੀ ਹੋਂਦ ਵਿੱਚ ਆ ਗਏ। In the latter part of the 19th century, black buttons made of glass were the trend as popularized by the Queen Victoria, who wore them after the death of Prince Albert. 19ਵੀਂ ਸਦੀ ਦੇ ਵਿੱਚ ਕੀ ਹੋਇਆ ਕਿ ਜਿਹੜੇ ਬਲੈਕ ਕਲਰ ਦੇ ਬਟਨ ਸੀ, ਕਾਲੇ ਕਲਰ ਦੇ ਬਟਨ ਸੀ, ਕੱਚ ਦੇ ਬਣੇ ਹੋਏ, ਉਹ ਕੁਈਨ ਵਿਕਟੋਰੀਆ ਨੇ ਸਭ ਤੋਂ ਪਹਿਲਾਂ ਇਸਤੇਮਾਲ ਕਰਨੇ ਸ਼ੁਰੂ ਕੀਤੇ। ਜਿਵੇਂ ਕਿ ਇਸ ਪਿਕਚਰ ਤੁਸੀਂ ਦੇਖ ਸਕਦੇ ਹੋ, ਕਾਫੀ ਟ੍ਰੈਡੀਸ਼ਨਲ ਬਟਨ ਇਵਨ ਕੁਈਨ ਵਿਕਟੋਰੀਆ ਦੇ ਬਟਨ ਹੈ ਇਸ ਫੋਟੋ ਦੇ ਵਿੱਚ। ਉਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਪਹਿਨਣਾ ਸ਼ੁਰੂ ਕੀਤਾ। ਜਿਹੜੇ ਪ੍ਰਿੰਸ ਐਲਬਰਟ ਸੀ ਉਹਨਾਂ ਦੀ ਡੈਥ ਤੋਂ ਬਾਅਦ ਵਿੱਚ ਸਾਡੀ ਕੁਈਨ ਵਿਕਟੋਰੀਆ ਨੇ ਇਹਨਾਂ ਨੂੰ ਪਹਿਨਣਾ ਸ਼ੁਰੂ ਕੀਤਾ, ਜਦੋਂ ਉਸ ਤੋਂ ਬਾਅਦ ਵਿੱਚ ਇਹ ਬਟਨਸ ਬਹੁਤ ਪਪੂਲਰ ਹੋ ਗਏ। In the 20th century, modern buttons were both decorative and functional. They persisted even with the invention of zip. ਤੇ 20th century ਦੇ ਵਿੱਚ ਜਿਹੜੇ ਸਾਡੇ ਅੱਜ ਕੱਲ ਜਿੰਨੇ ਅਸੀਂ ਬਟਨ ਦੇਖਦੇ ਹਾਂ ਡੈਕੋਰੇਟਿਵ ਐਂਡ ਫੰਕਸ਼ਨਲ, ਉਹ ਇਜਾਦ ਹੋ ਗਏ। ਪਰ ਜ਼ਿਪ ਦੀ ਹੋਂਦ ਤੋਂ ਬਾਅਦ ਵਿੱਚ ਵੀ ਇਹ ਅੱਜ ਤੱਕ ਵੀ ਸਾਡੇ ਇਸ ਸਮਾਜ ਦੇ ਵਿੱਚ ਵਰਤੇ ਜਾ ਰਹੇ ਹਨ। ਹੁਣ ਅਸੀਂ ਕੁਝ ਥੋੜੀ ਜਿਹੀ ਗੱਲ ਕਰ ਲਈਏ ਕਿ ਕਿਸ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਬਟਨਸ ਹੁੰਦੇ ਹਨ। ਸ਼ਰਟ ਬਟਨਸ, ਕਾਰਡੀਗਨ ਬਟਨਸ ਜਿਹੜੇ ਕਿ ਸਾਡੇ ਵਿੰਟਰ ਵੇਅਰ ਕੋਟੀਆਂ ਦੇ ਉੱਤੇ ਲਗਾਏ ਜਾਂਦੇ ਆ, ਕੋਟ ਬਟਨਸ, ਕੋਟਾਂ ਦੇ ਉੱਤੇ ਲਗਾਏ ਜਾਣ ਵਾਲੇ ਬਟਨ, ਪ੍ਰੈਸ ਬਟਨ,
ਜਿਨ੍ਹਾਂ ਨੂੰ ਕਿ ਅਸੀਂ ਟਿਚ ਬਟਨ ਵੀ ਕਹਿੰਦੇ ਆ, ਜਿਹੜੇ ਪ੍ਰੈਸ ਕਰਕੇ ਲੱਗਦੇ ਆ। ਹੁਕਸ ਐਂਡ ਆਈਜ਼, ਹੁਕਸ ਐਂਡ ਫਾਸਟਨਰਸ, ਸ਼ੈਂਕ ਬਟਨ ਤੇ ਲੈਦਰ ਬਟਨ। ਇਸ ਤੋਂ ਬਿਨਾਂ ਸਾਡੇ ਕੋਲ ਹੋਰ ਕੈਟਾਗਰੀ ਵੀ ਹਨ ਬਟਨ ਦੀਆਂ, ਜਿਨ੍ਹਾਂ ਵਿੱਚ ਕਿ ਕਲੌਥ ਬਟਨ, ਜਿਹੜੇ ਕਿ ਕੱਪੜੇ ਦੇ ਬਣਦੇ ਆ, ਮੜੇ ਹੋਏ ਬਟਨ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ। ਮੈਟਲ ਤੋਂ ਬਣਨ ਵਾਲੇ ਮੈਟੈਲਿਕ ਬਟਨ, ਵੁਡਨ ਬਟਨ, ਪ੍ਰਿੰਟਡ ਬਟਨ। ਇਸ ਫੋਟੋ 'ਚ ਤੁਸੀਂ ਦੇਖ ਸਕਦੇ ਹੋ ਪ੍ਰਿੰਟਡ ਬਟਨ ਵੀ ਹਨ। ਬਕਲਸ, ਗਲਾਸ ਟਚ, ਵੈਲਕਰੋ ਟੇਪ, ਫੈਂਸੀ ਬਟਨ, ਲਾਖ ਬਟਨ ਐਂਡ ਕੁਰਤਾ ਬਟਨ। ਇਹ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਬਟਨ ਹਨ, ਜਿਹੜੇ ਕਿ ਸਾਡੀ ਸੁਸਾਇਟੀ ਵਿੱਚ ਅਲੱਗ-ਅਲੱਗ ਕੈਟਾਗਰੀਜ਼ ਵਿੱਚ, ਅਲੱਗ-ਅਲੱਗ ਗਾਰਮੈਂਟਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਤੌਰ ਤੇ ਵਰਤੇ ਜਾਂਦੇ ਹਨ। ਨੈਕਸਟ ਫਾਸਟਨਰ ਹੈ ਸਾਡੇ ਕੋਲ ਹੁਕ ਐਂਡ ਆਈ। ਜਿਵੇਂ ਕਿ ਫੋਟੋ 'ਚ ਤੁਸੀਂ ਦੇਖ ਸਕਦੇ ਹੋ, ਅਲੱਗ-ਅਲੱਗ ਤਰ੍ਹਾਂ ਦੀਆਂ ਹੁਕਸ ਤੇ ਆਈਜ਼ ਪਈਆਂ ਹੋਈਆਂ ਹਨ। ਹੁਕਸ ਐਂਡ ਆਈਜ਼ ਆਰ ਯੂਜ਼ੁਅਲੀ ਕੰਸੀਡਰਡ ਅ ਟਾਈਪ ਆਫ ਬਟਨ। ਜਿਹੜੀ ਹੁਕਸ ਐਂਡ ਆਈਜ਼ ਹੈ, ਇਸਨੂੰ ਇੱਕ ਆਮ ਤਰ੍ਹਾਂ ਨਾਲ ਬਟਨ ਦੇ ਤੌਰ ਤੇ ਹੀ ਕੰਸੀਡਰ ਕੀਤਾ ਜਾਂਦਾ ਹੈ, ਬਿਕੋਜ਼ देयर यूजेस आर सो सिमिलर टू दोज ऑफ बटन। ਕਿਉਂਕਿ ਇਹਨਾਂ ਦੀ ਜਿਹੜੀ ਵਰਤੋਂ ਹੈ, ਜਿਹੜੇ ਬਟਨਸ ਹੈ, ਉਹਨਾਂ ਦੀ ਤਰ੍ਹਾਂ ਹੀ ਕੀਤੀ ਜਾਂਦੀ ਹੈ। They consist of a small hook on one side and eye-like fixture on the other. ਇਹਨਾਂ ਦੇ ਇੱਕ ਸਾਈਡ ਤੇ ਹੁੱਕ ਬਣੀ ਹੁੰਦੀ ਹੈ ਤੇ ਦੂਜੀ ਸਾਈਡ ਤੇ ਆਈ ਦੀ ਤਰ੍ਹਾਂ, ਅੱਖ ਦੀ ਤਰ੍ਹਾਂ ਇੱਕ ਫਿਕਸਚਰ ਬਣਿਆ ਹੁੰਦਾ, ਜਿਸ ਨੂੰ ਕਿ ਉਹਦੇ ਵਿੱਚ ਪਾ ਕੇ ਅਸੀਂ ਆਪਣੇ ਕੱਪੜੇ ਨੂੰ ਬੰਦ ਕਰ ਸਕਦੇ ਹਾਂ, ਗਾਰਮੈਂਟ ਨੂੰ ਫਾਸਟਨਰ ਦੇ ਤੌਰ ਤੇ ਬੰਦ ਕਰ ਸਕਦੇ ਹਾਂ। Which is a small hole that the hook fits into. They are very simple to use and they come in two parts that fit together after you sew them into the garment. ਇਹ ਵਰਤੋਂ ਕਰਨ ਵਿੱਚ ਬਹੁਤ ਸਿੰਪਲ ਹੁੰਦੇ ਆ, ਬੜੇ ਆਸਾਨੀ ਨਾਲ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਦੋ ਪਾਰਟਸ ਦੇ ਵਿੱਚ ਆਉਂਦੇ ਆ, ਬਟ ਜਦੋਂ ਅਸੀਂ ਇਹਨਾਂ ਨੂੰ ਫਿਕਸ ਕਰ ਦਿੰਦੇ ਆ ਕੱਪੜੇ ਦੇ ਉੱਤੇ, ਤਾਂ ਇਹ ਇਕੱਠੇ ਕੰਬਾਈਨ ਹੋ ਕੇ ਅਸੀਂ ਇਹਨਾਂ ਦਾ ਕੱਪੜੇ ਨੂੰ ਬੰਦ ਕਰਨ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਨੈਕਸਟ ਕੈਟਾਗਰੀ ਹੈ ਹੁਕਸ ਐਂਡ ਲੂਪਸ, ਜਿਸਨੂੰ ਕਿ ਅਸੀਂ ਵੈਲਕਰੋ ਟੇਪ ਵੀ ਕਹਿ ਦਿੰਦੇ ਹਾਂ। ਫੋਟੋ ਨੰਬਰ 1 ਦੇ ਵਿੱਚ ਤੁਸੀਂ ਵੈਲਕਰੋ ਟੇਪ ਦੇਖ ਰਹੇ ਹੋ, ਔਰ ਇਹ ਅਲੱਗ-ਅਲੱਗ ਕਲਰਸ ਦੇ ਵਿੱਚ ਮਾਰਕੀਟ ਦੇ ਵਿੱਚ ਅਵੇਲੇਬਲ ਹੈ। The first component features tiny loops, tiny hooks. The second features small loops. ਇਹਦੇ ਕੰਪੋਨੈਂਟਸ ਵਿੱਚ ਕੀ ਹੁੰਦਾ ਹੈ? ਪਹਿਲੀ ਜਿਹੜੀ ਟੇਪ ਹੁੰਦੀ ਹੈ, ਇਹਦੇ ਉੱਤੇ ਛੋਟੀਆਂ-ਛੋਟੀਆਂ ਹੁਕਸ ਬਣੀਆਂ ਹੁੰਦੀਆਂ ਤੇ ਦੂਜੀ ਵਾਲੀ ਦੇ ਵਿੱਚ ਛੋਟੇ-ਛੋਟੇ ਲੂਪਸ ਬਣੇ ਹੁੰਦੇ ਆ। When the two are pressed together, the hooks catch in the loops and the two pieces fasten or bind temporarily. ਜਦੋਂ ਅਸੀਂ ਦੋਨਾਂ ਨੂੰ ਪ੍ਰੈਸ ਕਰਦੇ ਹਾਂ ਤਾਂ ਜਿਹੜੀਆਂ ਹੁਕਸ ਹੈ ਉਹ ਲੂਪਸ ਦੇ ਵਿੱਚ ਫਿਕਸ ਹੋ ਜਾਂਦੀਆਂ, ਉਹ ਕੱਪੜਾ ਟੈਂਪਰੇਰੀਲੀ ਬੰਦ ਹੋ ਜਾਂਦਾ ਹੈ। When separated, ਜਦੋਂ ਅਸੀਂ ਇਸ ਨੂੰ ਅਲੱਗ ਕਰਦੇ ਹਾਂ, by pulling or peeling the two surfaces apart, ਜਦੋਂ ਅਸੀਂ ਇਸ ਨੂੰ ਖਿੱਚਦੇ ਹਾਂ, ਦੋ ਸਰਫੇਸਿਸ ਨੂੰ ਅਲੱਗ-ਅਲੱਗ ਕਰਦੇ ਹਾਂ, the strip make a distinctive ripping sound. ਤਾਂ ਜਦੋਂ ਅਸੀਂ ਇਸ ਨੂੰ ਖਿੱਚਦੇ ਹਾਂ ਤਾਂ ਇੱਕ ਤਰ੍ਹਾਂ ਦੀ ਉਧੜਨ ਵਾਲੀ ਆਵਾਜ਼ ਆਉਂਦੀ ਹੈ। ਨੈਕਸਟ ਕੈਟਾਗਰੀ ਹੈ ਸਨੈਪਸ, ਸਟਿਚ ਔਰ ਸਟਡਸ। ਇਹ ਬਟਨਸ ਹੈ ਜਿਹੜੇ ਫੋਟੋ 'ਚ ਤੁਸੀਂ ਦੇਖ ਰਹੇ ਹੋ, ਨੀਚੇ ਬਟਨ ਪੱਟੀ ਤੇ ਵੀ ਲੱਗੇ ਹੋਏ ਆ। ਇਸਨੂੰ ਅਸੀਂ ਆਮ ਵਰਤੋਂ ਵਿੱਚ ਸਟਿਚ ਬਟਨ ਵੀ ਕਹਿ ਦਿੰਦੇ ਹਾਂ, ਸਨੈਪਸ ਵੀ ਕਿਹਾ ਜਾਂਦਾ ਹੈ ਔਰ ਸਟਡਸ ਵੀ ਕਿਹਾ ਜਾਂਦਾ ਹੈ। A snap fastener, also called press stud, popper, snap or stitch, is a pair of interlocking discs. ਇਹਦੇ ਵਿੱਚ ਦੋ ਡਿਸਕਾਂ ਹੁੰਦੀਆਂ ਜਿਹੜੀਆਂ ਕਿ ਇੱਕ ਦੂਜੇ ਨਾਲ ਇੰਟਰਲੌਕ ਹੋ ਜਾਂਦੀਆਂ। Made out of a metal or plastic, metal ਜਾਂ plastic ਦੇ ਨਾਲ ਬਣੀਆਂ ਹੁੰਦੀਆਂ। Commonly used in place of traditional buttons to fasten clothing and for use ਕੀਤੀਆਂ ਜਾਂਦੀਆਂ commonly ਜਿਹੜੇ ਟ੍ਰੈਡੀਸ਼ਨਲ ਬਟਨਸ ਆ ਉਹਨਾਂ ਦੀ ਜਗ੍ਹਾ ਅਸੀਂ ਇਸਨੂੰ ਆਪਣੇ ਜਿਹੜੇ ਕੱਪੜੇ ਆ ਉਹਨਾਂ ਨੂੰ ਬੰਦ ਕਰਨ ਲਈ, ਉਹਨਾਂ ਨੂੰ ਫਾਸਟਨ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। A circular lip under one disc fits into a groove on the top of the other, holding them fast under such amount of force is applied. ਜਿਹੜਾ ਨੀਚੇ ਵਾਲਾ groove ਹੁੰਦਾ ਹੈ, ਨੀਚੇ ਵਾਲੀ ਡਿਸਕ ਹੁੰਦੀ ਹੈ, ਜਦੋਂ ਉਹਦੇ ਤੇ ਅਸੀਂ ਉੱਪਰ ਵਾਲਾ ਜਿਹੜਾ ਸਾਡਾ groove ਹੁੰਦਾ ਹੈ, ਜਦੋਂ ਅਸੀਂ ਉਸਨੂੰ ਥੋੜੀ ਜਿਹੀ ਫੋਰਸ ਦੇ ਨਾਲ ਅਸੀਂ ਉਸਨੂੰ ਪ੍ਰੈਸ ਕਰਦੇ ਹਾਂ ਤਾਂ ਇਹ ਜਿਹੜਾ ਸਾਡਾ ਟਿਚ ਬਟਨ ਹੈ ਇਹ ਲੱਗ ਜਾਂਦਾ ਹੈ।
इस फोटो च तुसी देख सकते हो टिच बटन साडे कोल आजकल काफी कैटेगरीज मार्केट विच अवेलेबल विच बटन लगे हुए और अलग अलग कलर्स दे विच अवेलेबल ਹਨ अलग-अलग शेप्स ਦੇ ਵਿੱਚ ਇਹ ਗਾਰਮੈਂਟ ਨੂੰ ਬਹੁਤ ਅੱਛੀ ਲੁੱਕ ਦਿੰਦੇ ਆ ਜਿਵੇਂ ਕਿ ਲੇਡੀਜ਼ ਜਾਂ ਬੇਬੀ ਗਾਰਮੈਂਟਸ ਅਗਰ ਅਸੀਂ ਸਿੰਪਲ ਨਾਰਮਲ ਬਟਨਸ ਨਹੀਂ ਯੂਜ਼ ਕਰਨਾ ਚਾਹੁੰਦੇ ਤਾਂ ਉੱਥੇ ਅਸੀਂ ਇਹਨਾਂ ਟਿਚ ਬਟਨਸ ਦੀ ਵਰਤੋਂ ਕਰ ਸਕਦੇ ਹਾਂ। ਲਾਸਟ ਕੈਟਾਗਰੀ ਹੈ ਜ਼ਿਪਰਸ ਦੀ। ਜ਼ਿਪਰਸ ਬਾਰੇ ਤੁਸੀਂ ਬਹੁਤ ਕੁਝ ਜਾਣਦੇ ਹੋ, ਇਹ ਅਲੱਗ-ਅਲੱਗ ਕਲਰਸ ਵਿੱਚ ਆਉਂਦੀਆਂ, ਇਹਨਾਂ ਦੇ ਜਿਹੜੇ ਉੱਪਰੋਂ ਲਗਾਉਣ ਵਾਲਾ ਲੌਕ ਹੁੰਦਾ ਹੈ ਉਹ ਅਲੱਗ-ਅਲੱਗ ਡਿਜ਼ਾਈਨਸ ਦੇ ਵਿੱਚ ਆ ਜਾਂਦਾ ਹੈ ਔਰ ਅੱਜ-ਕੱਲ ਤਾਂ ਮਾਰਕੀਟ ਵਿੱਚ ਬਹੁਤ ਤਰ੍ਹਾਂ ਦੀਆਂ ਫੈਂਸੀ ਜ਼ਿਪਸ ਆ ਗਈਆਂ ਜਿਨ੍ਹਾਂ ਦੀ ਹੈਲਪ ਨਾਲ ਅਸੀਂ ਆਪਣੇ ਗਾਰਮੈਂਟਸ ਨੂੰ ਡੈਕੋਰੇਟ ਕਰ ਸਕਦੇ ਹਾਂ। ਅ ਜ਼ਿਪਰ, ਜ਼ਿਪ, ਫਲਾਈ, dinghy or zip fastener, formerly known as a clasp lock, is a commonly used device for binding the edges of and opening of fabric or other flexible materials such as on garment or a bag. ਅਸੀਂ zip ਦੀ ਵਰਤੋਂ ਕਿੱਥੇ ਕਰਦੇ ਹਾਂ? ਜਿਹੜਾ ਕੱਪੜਾ ਹੈ ਉਹਦੇ ਦੋ ਭਾਗਾਂ ਨੂੰ ਲੌਕ ਕਰਨ ਦੇ ਲਈ, ਉਹਦੇ ਦੋ ਕਿਨਾਰਿਆਂ ਨੂੰ ਖੋਲਣ ਲਈ ਜਾਂ ਬੰਦ ਕਰਨ ਲਈ ਜਾਂ ਕੋਈ ਵੀ ਹੋਰ ਫਲੈਕਸੀਬਲ ਮਟੀਰੀਅਲ ਜਿਹੜਾ ਹੋਵੇ ਲਾਈਕ ਜਿਵੇਂ ਸਾਡੇ ਬੈਗਸ ਹੋ ਗਏ, ਟੂਰਿਸਟ ਬੈਗਸ ਹੋ ਗਏ, ਟਰਾਲੀਜ਼ ਹੋ ਗਈਆਂ ਜਾਂ ਮੈਡੀਕਲ ਲਾਈਨ ਦੇ ਵਿੱਚ ਕਾਫੀ ਕੁਝ ਇਸ ਤਰ੍ਹਾਂ ਦਾ ਜਿੱਥੇ ਜ਼ਿਪਰ ਇਸਤੇਮਾਲ ਕੀਤੇ ਜਾਂਦੇ ਹੈ, ਏਅਰ ਬੈਗਸ ਹੋ ਗਏ, ਤਾਂ ਇਹਨਾਂ ਸਾਰੀਆਂ ਜਗ੍ਹਾ ਤੇ ਜ਼ਿਪਰਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਵੇਂ ਕਿ ਬੈਗਸ ਵਿੱਚ ਤੁਸੀਂ ਦੇਖ ਸਕਦੇ ਹੋ, ਬੈਗਸ ਵਿੱਚ ਮੋਸਟ ਜਿਹੜਾ ਰੋਲ ਹੁੰਦਾ ਹੈ ਸਾਡੇ ਜ਼ਿਪਰਸ ਦਾ ਹੀ ਹੁੰਦਾ ਔਰ ਕਈ ਪਰਸਿਸ ਵਿੱਚ ਤਾਂ ਇਹਨਾਂ ਨੂੰ ਸਿਰਫ ਐਜ਼ ਅ ਡੈਕੋਰੇਟਿਵ ਥਿੰਗ ਹੀ ਲਗਾਇਆ ਜਾਂਦਾ ਹੈ। ਜ਼ਿਪਰਸ ਦੀ ਹੈਲਪ ਦੇ ਨਾਲ ਅਸੀਂ ਕਿਸੇ ਚੀਜ਼ ਦਾ ਸਾਈਜ਼ ਵਧਾ ਸਕਦੇ ਹਾਂ, ਘਟਾ ਸਕਦੇ ਹਾਂ, ਲਾਈਕ ਜਿਵੇਂ ਬੈਗ ਹੋ ਗਏ, ਸਾਡੇ ਟਰੈਵਲਿੰਗ ਬੈਗਸ ਹੋ ਗਏ, join or separate two ends or sides of a single garment, ਕਿਸੇ garment ਨੂੰ join ਵੀ ਕਰ ਸਕਦੇ ਹਾਂ, ਉਸਨੂੰ ਜੋੜ ਵੀ ਸਕਦੇ ਹਾਂ, ਉਸਨੂੰ ਅਲੱਗ ਵੀ ਕਰ ਸਕਦੇ ਹਾਂ ਪਹਿਨਣ ਸਮੇਂ, ਲਾਈਕ ਜਿਵੇਂ ਜੈਕਟ ਦੇ ਫਰੰਟ ਜ਼ਿਪ ਲੱਗੀ ਹੋ ਗਈ ਜਾਂ ਕਿਸੇ ਵੀ ਡਰੈਸ ਦੀ ਬੈਕ ਜਾਂ ਸਾਈਡ ਤੇ ਜ਼ਿਪ ਹੋ ਗਈ ਉਹ ਜਾਂ ਸਕਰਟ ਹੋ ਗਈ, ਉਹਨੂੰ ਪਹਿਨਣ ਦੇ ਵਿੱਚ ਆਸਾਨੀ ਆਵੇ ਇਸ ਲਈ ਅਸੀਂ ਜ਼ਿਪ ਦਾ ਇਸਤੇਮਾਲ ਕਰ ਸਕਦੇ ਹਾਂ। ਕਿਸੇ ਚੀਜ਼ ਨੂੰ ਅਟੈਚ ਔਰ ਡਿਟੈਚ ਕਰਨ ਦੇ ਲਈ ਵੀ ਅਸੀਂ ਜ਼ਿਪ ਦਾ ਇਸਤੇਮਾਲ ਕਰ ਸਕਦੇ ਹਾਂ, ਲਾਈਕ ਜਿਵੇਂ ਟਰਾਊਜ਼ਰ ਜਾਂ ਸ਼ਾਰਟਸ ਦੇ ਵਿੱਚ ਹੋ ਗਈਆਂ ਜਾਂ ਫਿਰ ਅਸੀਂ ਵਿੰਟਰ ਵੇਅਰ ਦੇ ਵਿੱਚ ਹੁੱਡਸ ਪਾਉਂਦੇ ਹਾਂ, ਜਿਹੜੀ ਹੁੱਡ ਹੁੰਦੀ ਹੈ, ਕੈਪ ਹੁੰਦੀ ਹੈ ਟੀ-ਸ਼ਰਟ ਜਾਂ ਜੈਕਟ ਦੀ, ਉਸਨੂੰ ਅਸੀਂ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਲਗਾ ਸਕਦੇ ਹਾਂ, ਜਦੋਂ ਮਰਜ਼ੀ ਹਟਾ ਸਕਦੇ ਹਾਂ। ਅਟੈਚ ਔਰ ਡਿਟੈਚ ਹੁੱਡ ਔਰ ਕੋਟ। ਕੋਟਸ ਜਿਵੇਂ ਅੱਜ ਕੱਲ੍ਹ ਜੈਕਟਸ ਆਉਂਦੀਆਂ ਉਹਨਾਂ ਦੀਆਂ ਫੁੱਲ ਸਲੀਵਸ ਹੁੰਦੀਆਂ, ਉਹ ਵੀ ਅੱਜ ਕੱਲ੍ਹ ਜ਼ਿਪ ਦੀ ਹੈਲਪ ਦੇ ਨਾਲ ਅਸੀਂ ਉਹ ਬਾਹਾਂ ਆਪਣੀ ਮਰਜ਼ੀ ਨਾਲ ਅਕੋਰਡਿੰਗ ਟੂ ਵੈਦਰ ਅਸੀਂ ਉਹ ਸਲੀਵਸ ਨੂੰ ਉਤਾਰ ਵੀ ਸਕਦੇ ਹਾਂ। ਅਗਰ ਜ਼ਿਆਦਾ ਸਰਦੀ ਹੋ ਗਈ ਤਾਂ ਅਸੀਂ ਉਸ ਜ਼ਿਪ ਦੀ ਹੈਲਪ ਦੇ ਨਾਲ ਅਸੀਂ ਉਹਨਾਂ ਬਾਹਾਂ ਨੂੰ ਲਗਾ ਵੀ ਸਕਦੇ ਹਾਂ। ਅਟੈਚ ਔਰ ਡਿਟੈਚ ਸਮਾਲ ਪਾਊਚ ਔਰ ਬੈਗ, ਅਸੀਂ ਕਿਸੇ ਵੀ ਬੈਗ ਨੂੰ ਜਿਵੇਂ ਟਰੈਵਲਿੰਗ ਬੈਗਸ ਹੈ ਉਹਨਾਂ ਦਾ ਸਾਈਜ਼ ਵਧਾਉਣ ਲਈ ਜ਼ਿਪ ਨੂੰ ਅਸੀਂ ਖੋਲ ਦਿੰਦੇ ਹਾਂ ਤਾਂ ਉਹਦੇ ਵਿੱਚੋਂ ਜਿਹੜਾ ਕੱਪੜਾ ਖੁੱਲ ਕੇ ਬਾਹਰ ਆ ਜਾਂਦਾ, ਉਹਦੇ ਨਾਲ ਸਾਡਾ ਜਿਹੜਾ ਬੈਗ ਹੈ ਉਹਦਾ ਸਾਈਜ਼ ਵੱਧ ਜਾਂਦਾ। ਅਗਰ ਅਸੀਂ ਉਹਨੂੰ ਘਟਾਣਾ, ਛੋਟਾ ਕਰਨਾ ਚਾਹੁੰਦੇ ਹਾਂ ਸਾਈਜ਼ ਨੂੰ ਤਾਂ ਅਸੀਂ ਜ਼ਿਪ ਬੰਦ ਕਰ ਦਾਂਗੇ, ਲਾਈਕ ਜਿਵੇਂ ਮਿਲਟਰੀ ਬੈਗਸ ਹੁੰਦੇ ਆ, ਪਾਊਚਿਸ ਹੋ ਗਏ, ਬੈਗਸ ਹੋ ਗਏ, ਤਾਂ ਇਹਦੀ ਹੈਲਪ ਨਾਲ ਅਸੀਂ ਕਿਸੇ ਵੀ ਚੀਜ਼ ਨੂੰ ਵੱਡਾ ਵੀ ਕਰ ਸਕਦੇ ਹਾਂ, ਛੋਟਾ ਵੀ ਕਰ ਸਕਦੇ ਹਾਂ। ਐਂਡ ਲਾਸਟ ਬਟ ਨਾਟ ਦਾ ਲੀਸਟ ਇਜ਼ be used to decorate an item, ਕਿਸੇ ਵੀ ਚੀਜ਼ ਨੂੰ ਡੈਕੋਰੇਟ ਕਰਨ ਲਈ, ਉਸਨੂੰ ਵਧੀਆ ਦਿੱਖ ਦੇਣ ਲਈ ਅਸੀਂ ਜ਼ਿਪ ਦੀ ਵਰਤੋਂ ਕਰ ਸਕਦੇ ਹਾਂ। ਸੋ ਸਟੂਡੈਂਟਸ, ਇਹ ਸੀ ਮੇਰਾ ਅੱਜ ਦਾ ਟੌਪਿਕ। ਉਮੀਦ ਕਰਦੀ ਹਾਂ ਤੁਸੀਂ ਇਸਨੂੰ ਸਮਝਿਆ ਹੋਏਗਾ ਤੇ ਸਮਝ ਕੇ ਇਹਨੂੰ ਤੁਸੀਂ ਆਪਣੀ ਲਾਈਫ ਵਿੱਚ ਵੀ ਵਰਤਦੇ ਹੋਵੋ। जी मैम अनम्यूट करियो जी, अनम्यूट। अगर किसी की कोई क्वेरी है तो प्लीज वो मैनू पूछ सकता है। थैंक्स टू ऑल फॉर गिविंग मी अ टाइम। I want to tell my students you can share me your experience of these lectures on my contact details. This is my WhatsApp number. So if you have any query or question in future, then you may contact me.
ठीक है मैम, थैंक यू सो मच मैम, थैंक यू जी। Okay, thank you, ma'am. Thank you so much. Thank you, all participants.